जी का खालसा वाहिगुरु जी जी की की फतेह। फतेह। गुरु दर ते हाजिर। गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार के निजम अनुसार गुरु इतिहास की चल रही लड़ीवार कथा का अपनिया मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जौहर पीर जगत गुरु कल तारन आए श्री गुरु नानक देव पातशाह महाराज जी का है। प्रसंग है सतगुरु जी का कांवरू देश, काम रूप देश, जिसनों अज आपां असाम देश कहने आ। तरत लुकाई नूं सोधन वास्ते, जगत जलंदे नूं ठारन वास्ते जाना। जदों सतगुरु इत्थे आए ने ढाके, और ये जिहड़ी घटना हुई है ये ढाके तो 5 मील, इहदा नां धनपुर गिरा करके लिखिया गया है। जदों सतगुरु गुरु नानक साहब महाराज इत्थे आउंदे ने, बड़ा सुंदर देश वेखिया, सोहने बाग बगीचे हरियावल, भाई मरदाना जी कहन लगे बाबा मैं शहर वेख आवां नाले कुछ खा आवां। सतगुरां ने कहा नहीं मरदानिया, इत्थों दे लोग चंगे नहीं, ते जिवें बच्चे नूं किसी गल तो रोकीए ते बच्चा ये सोचदा है कि मेरे माता पिता जिहड़े ने ये बहाना बना के बहाना मार के मैनू रोक रहे ने। माड़ा कुछ नहीं है सब चंगा है, पर माँ बाप का मैनू ना भेजना ना घलना इहदे लई एक बहाना है। जदों आपां गुरबाणी पढ़ीए इतिहास सुनीए फिर पता लगता है
ਇਹ ਗੱਲਾਂ ਸਾਰੀਆਂ ਹੀ ਸਾਡੀਆਂ ਤਰਜਮਾਨੀਆਂ ਕਰਦੀਆਂ ਨੇ। ਸਾਡਾ ਸਾਰਿਆਂ ਦਾ ਹੀ ਸੁਭਾਅ ਹੋਈ ਹੈ। ਕਿਤੇ ਨਾ ਕਿਤੇ ਜਾ ਕੇ ਅਸੀਂ ਸੋਚਦੇ ਹਾਂ ਫਿਰ ਜਦੋਂ ਕੋਈ ਰੁਕਾਵਟ ਗੁਰੂ ਪਾ ਦੇਵੇ, ਕੋਈ ਪਰਿਵਾਰ ਪਾ ਦੇਵੇ, ਕੋਈ ਭੈਣ ਭਰਾ, ਕੋਈ ਸਮਾਜ ਪਾ ਦੇਵੇ, ਫਿਰ ਸਾਨੂੰ ਤਕਲੀਫ ਹੁੰਦੀ ਹੈ। ਸਾਨੂੰ ਇੰਜ ਲੱਗਦਾ ਹੈ ਵੀ ਜੋ ਮੈਂ ਸੋਚਿਆ ਸੀ, ਜੋ ਮੈਂ ਸਮਝਿਆ, ਉਹ ਬਿਲਕੁਲ ਠੀਕ ਹੈ। ਸਤਿਗੁਰਾਂ ਨੇ ਰੋਕਿਆ ਪਰ ਭਾਈ ਮਰਦਾਨਾ ਰੁਕਿਆ ਨਹੀਂ, ਫਿਰ ਚਲਾ ਗਿਆ। ਹੁਣ ਜਦੋਂ ਗਿਆ ਤਾਂ ਉੱਥੋਂ ਦੀਆਂ ਜਿਹੜੀਆਂ ਜਾਦੂਗਰਨੀਆਂ ਫਫੇ ਕੁੱਟਣੀਆਂ ਔਰਤਾਂ ਸੀ, ਉਹਨਾਂ ਨੇ ਭੇਡੂ ਬਣਾ ਲਿਆ, ਗਲ ਵਿੱਚ ਰੱਸੀ ਪਾ ਕੇ ਕਿੱਲੇ ਨਾਲ ਬੰਨ੍ਹ ਲਿਆ। ਹੁਣ ਭੇਡੂ ਦੇ ਸਰੀਰ ਵਿੱਚ ਭਿਆਂ ਭਿਆਂ ਤੇ ਕਰ ਸਕਦਾ, ਬੋਲ ਤੇ ਸਕਦਾ ਨਹੀਂ। ਮਨ ਹੀ ਮਨ ਚਿਤਵਦਾ ਹੈ ਕਿ ਗੁਰੂ ਨਾਨਕ ਤੇਰੇ ਬਿਨਾਂ ਮੈਨੂੰ ਕੌਣ ਛੁਡਾ ਸਕਦਾ ਹੈ। ਗੁਰੂ ਨਾਨਕ ਸਾਹਿਬ ਛਡਾਉਣ ਲਈ ਗਏ ਤਾਂ ਉੱਥੇ ਹੋਰ ਘਟਨਾ ਵਾਪਰਦੀ ਹੈ। ਜਿਸ ਘਰ ਵਿੱਚ ਭਾਈ ਮਰਦਾਨੇ ਨੂੰ ਬੰਨ੍ਹ ਕੇ ਰੱਖਿਆ ਸੀ, ਜਿਵੇਂ ਹੀ ਸਤਿਗੁਰੂ ਨੇ ਉਸ ਘਰ ਦੇ ਵਿੱਚ ਆਪਣੇ ਮੁਬਾਰਕ ਚਰਨ ਪਾਏ, ਕਦਮ ਰੱਖੇ, ਉੱਥੇ 4 ਔਰਤਾਂ ਬੈਠੀਆਂ ਨੇ। 2 ਨੇ ਦੌੜ ਕੇ ਸਤਿਗੁਰੂ ਜੀ ਦੇ ਔਰ ਬਾਲੇ ਦੇ ਗਲ ਵਿੱਚ ਭਾਈ ਮਰਦਾਨੇ ਦੇ ਵਾਂਗ ਧਾਗਾ ਪਾਉਣ ਦੀ, ਧਾਗਾ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਉਹ ਦੋਵੇਂ ਹੀ ਔਰਤਾਂ ਗੁਰੂ ਨਾਨਕ ਦੇ ਪਿਤਾ ਮਹਾਰਾਜ ਜੀ ਦੀ ਜਦੋਂ ਨਜ਼ਰ ਪੈਂਦੀ ਹੈ ਤਾਂ ਉਹਨਾਂ ਦੇ ਸਰੀਰ ਪਲਟ ਜਾਂਦੇ ਨੇ। ਇੱਕ ਭੇਡ ਬਣ ਗਈ, ਇੱਕ ਕੁੱਤੀ ਬਣ ਗਈ। ਜਿਹੜੀਆਂ ਬਾਕੀ 2 ਸੀ ਉਹ ਦੌੜ ਗਈਆਂ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਇਹ ਦੁਨੀਆ ਦਾ ਦਸਤੂਰ ਹੈ, ਇਹ ਦੁਨੀਆ ਦੀ ਇੱਕ ਸੱਚਾਈ ਹੈ ਕਿ ਜਿਹੜੇ ਸਿਰਫ ਤੁਹਾਡੇ ਨਾਲ, ਤੁਹਾਡੇ ਪੈਸਿਆਂ ਕਰਕੇ, ਤੁਹਾਡੇ ਸੁੱਖਾਂ ਕਰਕੇ, ਤੁਹਾਡੀਆਂ ਮਾਣ ਪਦਵੀਆਂ ਕਰਕੇ ਜੁੜੇ ਹੋਏ ਲੋਕ ਨੇ, ਤੁਹਾਡੇ ਨਾਲ ਖਾਣ ਪੀਣ ਕਰਕੇ ਜੁੜੇ ਲੋਕ ਨੇ, ਜਦੋਂ ਦੁੱਖ ਆਏਗਾ ਸਭ ਤੋਂ ਪਹਿਲਾਂ ਭੱਜਣਗੇ। ਇੱਕ ਬੜੀ ਸੋਹਣੀ ਮੈਨੂੰ ਪੰਜਾਬ ਦੇ ਇੱਕ IAS ਅਫਸਰ ਨੇ ਗੱਲ ਸੁਣਾਈ ਸੀ। ਉਹ ਕਹਿੰਦਾ ਜੀ ਜਿਹੜੇ ਅਸੀਂ ਅਫਸਰ ਲੋਕ ਹੁੰਨੇ ਚੂਹਿਆਂ ਵਰਗੇ ਹੁੰਨੇ ਆ। ਅਸੀਂ ਬੜੇ ਬੰਦੇ ਬੈਠੇ ਸੀ, ਇਹ ਗੱਲ ਨਿਊਯਾਰਕ ਦੀ ਹੈ। ਕਹਿੰਦਾ ਵੀ ਜਦੋਂ ਇਹ ਸਮੁੰਦਰੀ ਜਹਾਜ਼ ਚੱਲਦੇ ਨੇ ਨਾ, ਸਮੁੰਦਰੀ ਬੇੜੇ ਚੱਲਦੇ ਨੇ, ਤੇ ਸਭ ਤੋਂ ਵੱਧ ਅਠਖੇਲੀਆਂ ਚੂਹਾ ਕਰਦਾ ਹੈ। ਕਦੇ ਬੋਰੀਆਂ ਤੋਂ ਇੱਧਰ ਛਾਲ ਮਾਰੇਗਾ, ਕਦੇ ਸਮਾਨ ਤੋਂ ਇੱਧਰ ਛਾਲ ਮਾਰੇਗਾ, ਪਰ ਕਦੇ ਡੁੱਬਦੇ ਜਹਾਜ਼ ਨਾਲ ਡੁੱਬੇਗਾ ਨਹੀਂ। ਜਦੋਂ ਜਹਾਜ਼ ਡੁੱਬਣ ਲੱਗੇਗਾ ਛਾਲ ਵੀ ਸਭ ਤੋਂ ਪਹਿਲਾਂ ਮਾਰੇਗਾ। ਕਹਿੰਦਾ ਸਰਕਾਰ 'ਚ ਮौज ਮਸਤੀ ਵੀ IAS ਅਫਸਰ ਕਰਦੇ ਨੇ, ਤੇ ਜਦੋਂ ਸਰਕਾਰ ਲੱਗੇ ਡੁੱਬਣ ਇਹ ਆਪਣੀ ਵਫਾਦਾਰੀ ਪਹਿਲਾਂ ਹੀ ਚੇਂਜ ਕਰ ਲੈਂਦੇ ਨੇ। ਇਸੇ ਕਰਕੇ ਕਹਿੰਦੇ ਨਾ ਵੀ ਅਗਲੀ ਸਰਕਾਰ ਕਿਹਦੀ ਬਣੇਗੀ, ਕਹਿੰਦੇ ਬਿਊਰੋਕਰੇਸੀ ਨੂੰ ਪੁੱਛ ਲਓ, ਸਭ ਪਤਾ ਹੁੰਦਾ ਇਹਨਾਂ ਨੂੰ। ਉਹ ਜਿਵੇਂ ਵਫਾਦਾਰੀਆਂ ਪਲਟਣੀਆਂ ਸ਼ੁਰੂ ਹੋਣ, ਸਮਝ ਲਓ ਹੁਣ ਸਰਕਾਰ ਗਈ। ਜੇ ਨਹੀਂ ਪਲਟਦੀਆਂ ਇਹਦਾ ਮਤਲਬ ਇਹ ਸਰਕਾਰ ਚੱਲੇਗੀ ਤਾਂ ਅਫਸਰ ਉੱਥੇ ਹੀ ਬੈਠਾ ਹੈ। ਉਹਨੇ ਆਪ ਕਿਹਾ, ਕਹਿੰਦਾ ਅਸੀਂ ਤੇ ਚੂਹਿਆਂ ਵਰਗੇ ਹੁੰਨੇ ਆ। ਇਹ ਸੱਜਣ ਮਿੱਤਰ ਵੀ ਚੂਹਿਆਂ ਵਰਗੇ ਹੁੰਦੇ ਜੇ। ਜਦੋਂ ਦੁੱਖ ਤਕਲੀਫ ਆਏਗੀ ਇਹਨੇ ਤੁਹਾਡੇ ਨਾਲ ਖਲੋਣਾ ਕਿਸੇ ਨੇ। ਕਦੇ ਸੁਣਿਆ ਤੁਸੀਂ ਕੋਈ ਤੁਹਾਡੇ ਮਗਰ ਥਾਣੇ ਗਿਆ ਹੋਵੇ, ਕਚਹਿਰੀ ਗਿਆ ਹੋਵੇ, ਕੋਈ ਹਸਪੀਟਲ ਗਿਆ ਹੋਵੇ, ਤੁਸੀਂ ਬਲੱਡ ਦੀ ਬੋਤਲ ਮੰਗਿਓ, ਸਭ ਕਹਿਣਗੇ ਸਾਨੂੰ ਤੇ ਸ਼ੂਗਰ ਆ ਭਾਜੀ, ਪੈਸੇ ਮੰਗ ਕੇ ਵੇਖ ਲਿਓ। ਨਹੀਂ ਜੀ, ਹੁੰਦੇ ਤੇ ਜਾਨ ਵੀ ਹਾਜ਼ਰ ਸੀ, ਹੈ ਹੀ ਨਹੀਂ, ਖੜੇ ਖੜੋਤੇ ਹੀ ਮੁੱਕਰ ਜਾਣਗੇ।
ਇਹ ਦੁਨੀਆ ਦਾ ਇੱਕ ਸੁਭਾਅ ਹੈ। ਹਾਂ, ਜਿਹੜਾ ਉਸ ਵਕਤ ਵੀ ਤੁਹਾਡੇ ਨਾਲ ਨਿਭੇ, ਇਹ ਗੁਰਬਾਣੀ ਦਾ ਫੈਸਲਾ ਹੈ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਸੱਜਣ ਤੁਹਾਡਾ ਉਹ ਹੈ। ਡਾਕਟਰ ਕਵੇ ਵੀ ਬਲੱਡ ਦੀ ਬੋਤਲ ਚਾਹੀਦੀ ਹੈ, ਤੇ ਸੱਜਣ ਉਹ ਜਿਹੜਾ ਕਵੇ ਜੀ ਪਹਿਲੀ ਬੋਤਲ ਤੇ ਮੇਰੀ ਲਓ ਖਾ, ਉਹ ਸੱਜਣ ਹੈ। ਐਸੀ ਗੱਲ ਨਹੀਂ ਕਿ ਸੱਜਣ ਧਰਤੀ ਤੇ ਨਹੀਂ ਹੈਗੇ, ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਥੋੜੇ ਥੋੜੇ ਅੱਛੇ ਲੋਕ ਹੈਗੇ ਨੇ, ਪਰ ਇੱਦਾਂ ਨਹੀਂ ਕਿ ਡਾਰਾਂ ਤੁਰੀਆਂ ਫਿਰਦੀਆਂ ਨੇ। ਡਾਰਾਂ ਮਿਰਗਾਂ ਦੀਆਂ ਹੁੰਦੀਆਂ ਨੇ, ਸ਼ੇਰਾਂ ਦੀਆਂ ਨਹੀਂ ਹੁੰਦੀਆਂ। ਜਿਹੜੇ ਇਜੜ ਹੁੰਦੇ ਨੇ ਭੇਡਾਂ ਬੱਕਰੀਆਂ ਦੇ ਹੁੰਦੇ ਨੇ। ਕਦੇ ਸ਼ੇਰਾਂ ਦੇ ਇਜੜ ਵੇਖੇ ਤੁਸੀਂ? ਜਿਹੜੇ ਕਾਰਵੇਂ ਤੁਰੇ ਫਿਰਦੇ ਨੇ, ਇਹ ਖਾਣ ਪੀਣ ਵਾਲੇ ਲੋਕਾਂ ਦੇ ਹੁੰਦੇ ਨੇ। ਜਦੋਂ ਦੁੱਖ ਤਕਲੀਫ ਹੋਏਗੀ ਭੱਜ ਜਾਣਗੇ। ਇੱਕ ਬਣ ਗਈ ਭੇਡ, ਦੂਜੀ ਬਣ ਗਈ ਕੁੱਕਰ, ਤੇ ਬਾਕੀ ਦੋ ਜਿਹੜੀਆਂ ਸੀ ਭੱਜ ਗਈਆਂ। ਸਤਿਗੁਰੂ ਨੇ ਭਾਈ ਮਰਦਾਨੇ ਦੇ ਗਲ ਦਾ ਧਾਗਾ ਤੜਵਾਇਆ, ਉਹਨਾਂ ਦਾ ਸਰੀਰ ਵਾਪਸ ਪਲਟਿਆ। ਹੁਣ ਉਹਨਾਂ ਤਰੀਮਤਾਂ ਦੇ ਬੰਦੇ ਆ ਗਏ ਜਿਨ੍ਹਾਂ ਨੇ ਅਵਗਿਆ ਕੀਤੀ ਸੀ। ਉਹ ਆ ਕੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਚਰਨਾਂ ਤੇ ਡਿੱਗਦੇ ਨੇ, ਚਰਨਾਂ ਤੇ ਢਹਿੰਦੇ ਨੇ। ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਬਾਣੀ ਮੈਂ ਬਖਾਨੀ ਜਾਓ ਤਾਹੇ ਪਾਸ ਬੰਦ ਪਾਨੀ, ਬਖਸ਼ਣ ਹਾਰ ਸੋ ਖਤਾ ਕੀਨੀ ਜਾਹੇ ਕੀ। ਪਹਿਲਾਂ ਉਹ ਜਾ ਕੇ ਭਾਈ ਬਾਲੇ ਦੇ ਚਰਨੀ ਲੱਗੇ, ਤੇ ਭਾਈ ਬਾਲੇ ਨੇ ਕਿਹਾ, ਬਾਣੀ ਮੈਂ ਬਖਾਨੀ ਜਾਹੋ ਤਾਹੇ ਪਾਸ ਬੰਦ ਪਾਨੀ। ਆਖਿਆ, ਉਹ ਮੂਰਖੋ ਮੇਰੇ ਵੱਲ ਨਹੀਂ, ਉਸ ਮਹਾਂਪੁਰਖ ਵੱਲ ਜਾਓ ਤੇ ਹੱਥ ਜੋੜ ਕੇ ਜਾਇਓ ਜੇ। ਹੁਣ ਕਿੰਨੀਆਂ ਗੱਲਾਂ ਸਿੱਖਣ ਵਾਲੀਆਂ ਨੇ। ਆਪਾਂ ਗੁਰਦੁਆਰੇ ਆਉਂਦੇ ਆ, ਤਰੀਕਾ ਹੀ ਇਹ ਹੈ, ਕਰ ਅੰਜਲੀ ਪੁੰਨ ਵੱਡਾ ਹੈ। ਹੱਥ ਜੋੜਨੇ, ਕਿਸੇ ਦੇ ਅੱਗੇ ਇੱਦਾਂ ਹੱਥ ਫੈਲਾਉਣੇ, ਖਾਸ ਕਰਕੇ ਆਪਣੇ ਇਸ਼ਟ ਅੱਗੇ, ਇਹ ਵੀ ਇੱਕ ਵੱਡਾ ਪੁੰਨ ਹੈ। ਪਰ ਕਈ ਮੇਰੇ ਵਰਗੇ ਤੇ ਉਹ ਕੱਢ ਕੇ ਨਾ 100 ਦਾ ਨੋਟ ਉਹ ਖੋਤੇ ਦੇ ਕੰਨ ਨੂੰ ਐ ਸਿੱਧਾ ਕਰਦੇ ਤੁਰੇ ਆਉਣਗੇ ਵੀ ਕੈਮਰੇ ਵਾਲਾ ਵੇਖ ਲਵੇ ਵੀ ਲੱਗਾ ਗੋਲਕ ਚ ਪਾਉਣ। ਸਾਡੇ ਸ਼ੋਅ-ਅਪ ਨੇ ਸਾਡਾ ਨੁਕਸਾਨ ਕਰ ਦਿੱਤਾ ਹੈ। ਸਾਨੂੰ ਮਸ਼ਹੂਰੀ ਨੇ ਲੈ ਲਿਆ। ਠੀਕ ਹੈ, ਐਡਵਰਟਾਈਜ਼ਮੈਂਟ ਉਹਨਾਂ ਲੋਕਾਂ ਲਈ ਚੰਗੀ ਹੈ ਜਿਨ੍ਹਾਂ ਮਾਲ ਵੇਚਣਾ ਹੋਵੇ, ਉਹਨਾਂ ਲਈ ਬੜੀ ਵਧੀਆ ਹੈ। ਪਰ ਜਿਹੜਾ ਮੰਗਤਾ ਬਣ ਕੇ ਆਵੇ ਉਹ ਵੀ ਐਡਵਰਟਾਈਜ਼ਮੈਂਟ ਕਰੇ, ਦੱਸੋ ਇਸ ਤੋਂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਭਾਈ ਬਾਲੇ ਨੇ ਕਿਹਾ ਕਿ ਬਾਣੀ ਮੈਂ ਬਖਾਨੀ ਜਾਹੋ ਤਾਹੇ ਪਾਸ ਬੰਦ ਪਾਨੀ। ਪਾਣ ਕਹਿੰਦੇ ਨੇ ਹੱਥਾਂ ਨੂੰ। ਜਾਓ ਉਸ ਮਹਾਂਪੁਰਖ ਵੱਲ ਹੱਥ ਜੋੜ ਕੇ ਜਾਇਓ। ਹੁਣ ਕਈ ਵਾਰੀ ਅਸੀਂ ਐਵੇਂ ਜਾਂਦੇ ਹਾਂ ਜਿਵੇਂ ਪੀਟੀ ਕਰੀ ਦੀ ਐ ਕਰਕੇ। ਕਈਆਂ ਨੂੰ ਵੇਖਿਓ ਤੁਸੀਂ, ਤੇ ਕਈ ਜਾ ਕੇ ਗੁਰਦੁਆਰੇ ਦੇ ਵਿੱਚ ਵੀ ਸਾਹਮਣੇ ਜਾ ਕੇ ਇਹਦਾ ਢਾਕਾ ਤੇ ਹੱਥ ਰੱਖ ਕੇ ਖੜੇ ਹੋ ਜਾਣਗੇ ਵੀ ਪੁੱਛੋ ਵੀ ਇਹ ਕਿਹੜਾ ਯੋਗਾ ਦਾ ਆਸਣ ਕਰਨ ਲੱਗਿਆ ਤੂੰ ਬਈ। ਇੱਥੇ ਤਾਂ ਕਰ ਡੰਡੌਤ ਪੁੰਨ ਵੱਡਾ ਹੈ, ਕਰ ਅੰਜਲੀ ਪੁੰਨ ਵੱਡਾ ਹੈ। ਮੱਥਾ ਟੇਕਣਾ ਤੇ ਗੁਰੂ ਅੱਗੇ ਹੱਥ ਜੋੜਨੇ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਛੱਡੋ ਗੁਰਦੁਆਰੇ ਨੂੰ, ਮੰਦਰ ਨੂੰ, ਮਸਜਿਦ ਨੂੰ, ਚਰਚ ਨੂੰ। ਮੱਥਾ ਟੇਕਣਾ, ਹੱਥ ਜੋੜਨੇ, ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਐਟੀਟਿਊਡ ਬਣਾ ਲਓ। ਕੋਈ ਨੇਤਾ ਮਿਲੇ, ਕੋਈ ਮਹਾਂਪੁਰਖ ਮਿਲੇ, ਕੋਈ ਬਜ਼ੁਰਗ ਮਿਲੇ, ਕੋਈ ਵਿਦਵਾਨ ਮਿਲੇ, ਮਹਾਰਾਜ ਜੀ ਮੱਥਾ ਟੇਕਦਾ, ਅੱਗੋਂ ਕੀ ਜਵਾਬ ਮਿਲੇਗਾ? ਅੱਗੋਂ ਜਵਾਬ ਮਿਲੇਗਾ ਜਿਉਂਦਾ ਰਹਿ।
ਵਾਹਿਗੁਰੂ ਤੇਰੇ ਤੇ ਕਿਰਪਾ ਕਰੇ। ਇੱਕ ਉਹ ਬਜ਼ੁਰਗ ਔਰਤ ਜਿਹਦੇ ਕੋਲ ਕੁਝ ਵੀ ਨਹੀਂ, ਆਪਣੀ ਉਮਰ ਵੀ ਹੰਢਾ ਚੁੱਕੀ ਹੈ, ਕੋਈ ਵੀ ਨਹੀਂ ਕਹਿ ਸਕਦੀ ਵੀ ਚੱਲ ਪੁੱਤ ਤੈਨੂੰ ਮੇਰੀ ਉਮਰ ਲੱਗ ਜਾਏ। ਤੁਸੀਂ ਉਹਨੂੰ ਮੱਥਾ ਟੇਕ ਕੇ ਵੇਖ ਲਿਓ, ਉਹ ਸ਼ੁਰੂ ਹੋ ਜਾਏਗੀ, ਰੱਬ ਤੈਨੂੰ ਬਹੁਤਾ ਦੇਵੇ, ਰੱਬ ਤੈਨੂੰ ਮਾਣ ਪਦਵੀਆਂ ਦੇਵੇ, ਰੱਬ ਤੈਨੂੰ ਰੰਗ ਲਾਏ। ਪੁੱਛੋ ਬੇਬੇ ਤੇਰੀ ਮੰਜੀ ਤੇ ਸੂਤ ਹੋਈ ਨਹੀਂ, ਤੂੰ ਤੇ ਟੁੱਟੀ ਮੰਜੀ ਤੇ ਬੈਠੀ ਹੈ। ਉਹਦੇ ਕੋਲੇ ਕੁਝ ਵੀ ਨਹੀਂ ਪਰ ਫਿਰ ਦਈ ਜਾਂਦੀ ਹੈ। ਤੇ ਜੇ ਉਹਨੂੰ ਜਾ ਕੇ ਕਹੋ ਬੁੱਢੀਏ ਮਰਨਾ ਕਦੋਂ ਹੀ, ਦੱਸੋ ਉਹਦੇ ਕੋਲ ਲੈ ਲੋਗੇ ਕੋਈ ਤੁਸੀਂ? ਹੋ ਸਕਦਾ ਅਗਲੀ ਕਹਿ ਦੇਵੇ ਵੀ ਕਾਕਾ ਤੇਰੇ ਵਰਗੇ ਕਈਆਂ ਨੂੰ ਮਾਰ ਕੇ ਮਰੂਗੀ, ਫਿਰ ਪੱਲੇ ਕੀ ਬਚੂਗਾ? ਫਿਰ ਕੀ ਬਚੇਗਾ ਪੱਲੇ? ਕੁਛ ਵੀ ਨਹੀਂ ਬਚੇਗਾ। ਭਾਈ ਬਾਲੇ ਨੇ ਕਿਹਾ ਵੀ ਜਾ ਹੱਥ ਜੋੜ ਕੇ ਜਾਵੀਂ, ਬਾਣੀ ਮੈਂ ਬਖਾਨੀ, ਜਾਹੋ ਤਾਹੇ ਪਾਸ ਬੰਦ ਪਾਨੀ, ਬਖਸ਼ਣ ਹਾਰ ਸੋਊ ਖਤਾ ਕੀਨੀ ਜਾਹੇ ਕੀ। ਕਹਿੰਦੇ ਸਾਡੀ ਅਵੱਗਿਆ ਨਹੀਂ ਕੀਤੀ ਤੁਸੀਂ, ਜੇ ਅਵੱਗਿਆ ਹੋਈ ਤੁਹਾਡੇ ਕੋਲੋਂ ਤਾਂ ਗੁਰੂ ਨਾਨਕ ਦੀ ਹੋਈ ਹੈ, ਸਾਡੀ ਕਾਹਦੀ ਅਵੱਗਿਆ? ਹੁਣ ਮੇਰੇ ਵਰਗੇ ਬੰਦੇ ਨੂੰ ਕੋਈ ਕਵੇ ਕਿ ਤੁਹਾਡੀ ਜੀ ਇੱਜ਼ਤ ਘਟ ਗਈ ਹੈ, ਪੁੱਛੋ ਵੀ ਮੇਰੇ ਨਾਂ ਤੇ ਕਿਹੜਾ ਲਾਲ ਕਿਲਾ ਸੀ ਜਿਹੜਾ ਲੈ ਗਿਆ ਥੱਲੇ? ਬਈ ਕਦੋਂ ਮੇਰੇ ਨਾਂ ਤੇ ਕੁਤਬ ਮੀਨਾਰ ਲਿਖੀ ਸੀ ਗੌਰਮੈਂਟ ਨੇ ਜਿਹੜੀ ਥੱਲੇ ਉਤਰ ਗਈ ਹੈ? ਕਈ ਵਾਰੀ ਨਾ ਅਸੀਂ ਉੱਦਾਂ ਹੀ ਮਹਾਰਾਜ ਦੀ ਬਾਣੀ 'ਚ ਇੱਕ ਤੁਕ ਆਉਂਦੀ ਹੈ, ਕੁੱਲ੍ਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵੇ ਤਿੱਕਲ ਬੰਨੇ ਛੱਜ। ਕਹਿੰਦੇ ਚੂਹਾ ਪਹਿਲਾਂ ਹੀ ਖੁੱਡ 'ਚ ਮਸਾਂ ਵੜਦਾ ਸੀ ਤੇ ਹੁਣ ਪੂਛ ਦੇ ਨਾਲ ਛੱਜ ਬੰਨੀ ਫਿਰਦਾ, ਤਾਂ ਹੁਣ ਕਿੱਥੇ ਵੜੇਗਾ ਇਹ? ਐਵੇਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝ ਕੇ ਬਹਿ ਜਾਈਏ ਆਪਾਂ, ਐਵੇਂ ਆਪਣੇ ਆਪ ਨੂੰ ਚੱਕਰਵਰਤੀ ਰਾਜੇ ਮੰਨ ਕੇ ਬਹਿ ਜਾਈਏ ਆਪਾਂ, ਐਵੇਂ ਆਪਣੇ ਆਪ ਨੂੰ ਜਾਂ ਬਣਾ ਅਖਵਾਉਣਾ ਸ਼ੁਰੂ ਕਰ ਦਈਏ ਆਪਾਂ। ਕੀ ਫਰਕ ਪੈਂਦਾ? ਦੋ ਚੌਂ ਬੰਦਿਆਂ ਦੀ ਖੁਸ਼ਾਮਦ ਕਰਨ ਨਾਲ ਕਦੇ ਕੋਈ ਵੱਡਾ ਨਹੀਂ ਹੁੰਦਾ। ਵੱਡਾ ਤੇ ਉਹ ਰੱਬ ਹੈ ਕਿ ਜੇ ਸਭ ਮਿਲ ਕੇ ਆਖਣ ਪਾਹੇ ਕਰੋ ਕਿਰਪਾ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਮਿਲ ਕੇ ਕਹਿ ਦੇਣ ਕਿ ਤੂੰ ਵੱਡਾ ਹੈ, ਤੂੰ ਵੱਡਾ ਨਹੀਂ ਹੁੰਦਾ। ਜੇ ਕਹਿ ਦੇਣ ਤੂੰ ਛੋਟਾ ਹੈ, ਤੂੰ ਛੋਟਾ ਵੀ ਨਹੀਂ ਹੁੰਦਾ। ਅੱਜ ਸਾਨੂੰ ਇਸ ਗੱਲ ਦਾ ਵੀ ਬੜਾ ਭੁਲੇਖਾ ਸੀ, ਚਾਰ ਬੰਦੇ ਇਕੱਠੇ ਹੋ ਕੇ ਕਵਾਂਗੇ ਵੀ ਤੂੰ ਕੌਣ ਹੈ, ਤੇ ਤੁਹਾਡੇ ਕਹਿਣ ਨਾਲ ਉਹਦੀਆਂ ਕਿਹੜਾ ਫੀਤੀਆਂ ਉਤਰ ਚੱਲੀਆਂ ਭਾਈ। ਖੁਸ਼ਾਮਦਗਾਰਾਂ ਦੀ ਦਿੱਤੀ ਹੋਈ ਕੋਈ ਵਡਿਆਈ ਤੇ ਕੀਤੀ ਹੋਈ ਬਦਨਾਮੀ ਤੁਹਾਡਾ ਕੁਛ ਨਹੀਂ ਵਿਗਾੜਦੀ, ਨਾ ਕੁਝ ਸਵਾਰਦੀ। ਐਵੇਂ ਭੁਲੇਖੇ 'ਚ ਤੁਰੇ ਫਿਰ ਉਹਦੇ ਨਾਲ ਕੀ ਫਰਕ ਪੈਂਦਾ? ਭਾਈ ਬਾਲੇ ਨੇ ਕਿਹਾ ਜਾਓ ਮਾਫੀ ਉਹਦੇ ਕੋਲੋਂ ਮੰਗੋ, ਬਖਸ਼ਣ ਹਾਰ ਸੋਊ ਖਤਾ ਕੀਨੀ ਜਾਹੇ ਕੀ। ਤੁਸੀਂ ਅਵੱਗਿਆ ਗੁਰੂ ਨਾਨਕ ਦੀ ਕੀਤੀ, ਮੇਰੀ ਥੋੜਾ ਕੀਤੀ ਹੈ। ਤੁਸੀਂ ਅਵੱਗਿਆ ਮਰਦਾਨੇ ਦੀ ਨਹੀਂ ਕੀਤੀ, ਮੇਰੀ ਨਹੀਂ ਕੀਤੀ। ਅਵੱਗਿਆ ਤੁਹਾਡੇ ਕੋਲੋਂ ਹੋਈ ਹੈ ਗੁਰੂ ਨਾਨਕ ਦੀ। ਪਰਮੇਸ਼ਰ ਗੁਰੂ ਨਾਨਕ ਹੈ, ਅਸੀਂ ਨਹੀਂ ਆ। ਦੇਖੋ ਆਮ ਸਧਾਰਨ ਬੰਦੇ ਨੂੰ ਧੱਕਾ ਵੀ ਪੈ ਜੇ ਤਾਂ ਕੀ ਫਰਕ ਪੈਂਦਾ, ਉਹਨੂੰ ਲਾਈਨ 'ਚ ਖੜੇ ਵੀ ਹੋਣਾ ਪੈ ਜੇ ਤਾਂ ਕੀ ਫਰਕ ਪੈਂਦਾ। ਪਰ ਜਿਹਦੇ ਮਗਰ ਲਗਾ ਮਾਤਰਾ ਬੜੀਆਂ ਲੱਗੀਆਂ ਹੋਣ, ਜਾਂ ਜਿਹੜਾ ਸੱਚਮੁੱਚ ਹੀ ਵੱਡਾ ਹੋਵੇ, ਇਹ ਗੱਲ ਜਦੋਂ ਉਹਨਾਂ ਮਨੁੱਖਾਂ ਨੂੰ ਸਮਝਾਈ ਹੈ। ਹਾਂਜੀ, ਤਾਹੇ ਕਰ ਪਾਏ ਗਏ ਜਾਹੇ ਗੁਰੂ ਨਾਨਕ ਕੇ, ਦੂਰ ਅਬ ਕੀਜੈ ਰੇ ਸਕੀਨੀ ਜੋ ਗੁਨਾਹ ਕੀ। ਫਿਰ ਕੀ ਸੀ? ਫਿਰ ਸਾਰੇ ਦੌੜੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਚਰਨਾਂ ਤੇ ਢਹਿ ਪਏ। ਦੂਰ ਅਬ ਕੀਜੈ ਰੇ ਸਕੀਨੀ ਜੋ ਗੁਨਾਹੇ ਕੀ। ਕਹਿਣ ਲੱਗੇ ਜੀ ਹੁਣ ਗੁੱਸਾ ਛੱਡ ਦਿਓ, ਮਾਫ ਕਰ ਦਿਓ, ਜਿਹੜੀ ਭੁੱਲ ਹੋਈ ਹੈ ਉਹ ਖਿਮਾ ਕਰ ਦਿਓ। ਹਾਂਜੀ, जोख ताको चील न है जानत है संतशील,
ਭੂਲੀ ਮਤ ਸਦਾ ਜਿਨ ਕਾਮ ਭੋਗ ਚਾਹੇ ਕੀ। ਹੁਣ ਇਹ ਜ਼ਰੂਰ ਚੇਤਾ ਰੱਖਣਾ, ਮਾਫੀ ਮੰਗਣ ਲੱਗੇ ਆ ਮੈਂ ਤਾਂ ਅਗਰ ਤੁਸੀਂ ਲਗਾਤਾਰ ਕਥਾ ਸੁਣਦੇ ਹੋਵੋ ਤੇ ਕਈ ਗੱਲਾਂ ਮੈਂ ਵੀ ਰਿਪੀਟ ਕਰਦਾ ਬਾਰ-ਬਾਰ। ਹੁਣ ਇਹ ਗੱਲ ਮੈਨੂੰ ਆਪਣੀ ਜ਼ਿੰਦਗੀ 'ਚ ਅੱਜ ਤੋਂ 40 ਸਾਲ ਪਹਿਲਾਂ ਸਮਝ ਆਈ ਵੀ ਸੱਪ ਜਿਹੜਾ ਹੈ, ਕਦੇ ਆਪ ਜੀ ਨੇ ਸਿੱਧਾ ਸੱਪ ਤੁਰਦਾ ਵੇਖਿਆ ਤੁਸੀਂ? ਮੈਂ ਨਹੀਂ ਵੇਖਿਆ। ਸੱਪ ਇੱਦਾਂ ਤੁਰਦਾ ਹੈ, ਟੇਢਾ। ਪਰ ਜਦੋਂ ਸੱਪ ਖੁੱਡ ਵਿੱਚ ਵੜਦਾ ਹੈ, ਬਿੱਲ ਵਿੱਚ ਵੜਦਾ ਹੈ, ਬਿਲਕੁਲ ਸਿੱਧਾ ਹੋ ਕੇ ਵੜਦਾ ਹੈ। ਜਦੋਂ ਮਾਫੀ ਮੰਗਣ ਤੇ ਹੀ ਆ ਗਏ, ਜਦੋਂ ਖਿਮਾ ਜਾਚਣਾ ਤੇ ਹੀ ਆ ਗਏ, ਤੇ ਫਿਰ ਸੱਪ ਵਾਂਗੂ ਵਿੰਗੇ ਟੇਢੇ ਹੋਣ ਦੀ ਕੀ ਲੋੜ ਹੈ? ਵੇਖੋ ਉਹਨਾਂ ਬੰਦਿਆਂ ਨੇ ਕੀ ਕਿਹਾ। ਉਹਨਾਂ ਨੇ ਕਿਹਾ ਜੀ ਜੋਖਤਾ ਕੁਚੀਲ। ਆਖਿਆ ਮਹਾਰਾਜ ਇਹ ਮਾੜੀਆਂ ਔਰਤਾਂ ਨੇ। ਉਹਨਾਂ ਨੇ ਨਹੀਂ ਕਿਹਾ ਵੀ ਨਹੀਂ ਬੜੀਆਂ ਚੰਗੀਆਂ ਨੇ ਜੀ, ਬੜੀਆਂ ਸੋਹਣੀਆਂ ਨੇ ਜੀ, ਬੜੀਆਂ ਸਿਆਣੀਆਂ ਨੇ ਜੀ, ਇਹ ਪਹਿਲੀ ਵਾਰੀ ਭੁੱਲ ਹੋਈ ਹੈ ਜੀ, ਸਾਡੀ ਗਲਤੀ ਇੱਥੇ ਹੈ। ਇਹ ਤਾਂ ਸੱਚ ਹੈ। ਜਦੋਂ ਫੜੇ ਗਏ ਉਦੋਂ ਚੋਰ, ਉਦੋਂ ਪਹਿਲਾਂ ਤਾਂ ਸਾਰੇ ਸਾਧ ਹੁੰਦੇ ਨੇ। ਦੁਨੀਆ ਦਾ ਦਸਤੂਰ ਇਹ ਹੈ, ਫੜੇ ਜਾਓ ਤੇ ਚੋਰ, ਨਹੀਂ ਤੇ ਸਾਧ। ਤੇ ਜਦੋਂ ਫੜੇ ਗਏ, ਨਹੀਂ ਜੀ ਤੇ ਮੇਰੀ ਪਹਿਲੀ ਚੋਰੀ ਹੈ, ਭਾਵੇਂ ਉਦੋਂ ਪਹਿਲਾਂ ਲੱਖ ਕੀਤੀਆਂ ਹੋਣ। ਉਹਨਾਂ ਬੰਦਿਆਂ ਨੇ ਝੂਠ ਨਹੀਂ ਬੋਲਿਆ। ਉਹਨਾਂ ਬੰਦਿਆਂ ਨੇ ਕੀ ਆਖਿਆ? ਆਖਿਆ ਜੋਖਤਾ ਕੁਚੀਲ। ਜੋਖਤਾ ਕਹਿੰਦੇ ਨੇ ਇਸਤਰੀਆਂ ਨੂੰ, ਕੁਚੀਲ ਕਹਿੰਦੇ ਨੇ ਭੈੜੇ ਨੂੰ। ਕੁਚੀਲ ਸ਼ਬਦ ਅਸੀਂ ਆਮ ਬੋਲਦੇ ਹਾਂ, ਇਹ ਤੇ ਬੰਦਾ ਕੁਚੀਲ ਹੈ, ਮੈਲਾ ਕੁਚੈਲਾ। ਇਹ ਔਰਤਾਂ ਕੁਚੈਲੀਆਂ ਨੇ ਮਹਾਰਾਜ, ਨਾ ਹੈ ਜਾਣਤ ਹੈ ਸੰਤ ਸੀਲ। ਇਹਨਾਂ ਮੂਰਖ ਔਰਤਾਂ ਨੂੰ ਨਹੀਂ ਪਤਾ ਸੰਤ ਸੁਭਾਅ ਕੀ ਹੁੰਦਾ ਹੈ, ਸੰਤਾਂ ਦੇ ਗੁਣ ਕੀ ਹੁੰਦੇ ਨੇ, ਸੰਤਾਂ ਦਾ ਜੀਵਨ ਕੀ ਹੁੰਦਾ ਹੈ। ਭੂਲੀ ਮਤ ਸਦਾ ਜਿਨ ਕਾਮ ਭੋਗ ਚਾਹੇ ਕੀ। ਕਿਉਂ ਭੁੱਲ ਗਈਆਂ? ਕਿਉਂਕਿ ਇਹਨਾਂ ਦੀ ਚਾਹਨਾ ਹੀ ਕੀ ਹੈ? ਕਾਮ ਵਾਸ਼ਨਾਵਾਂ, ਦੁਨੀਆ ਦੇ ਭੋਗ ਵਿਲਾਸ। ਹਾਂਜੀ। ਕਰਮ ਕਮਾਇਓ ਜਸ ਪਾਇਓ ਫਲ ਇਨੈ ਤਸ। ਸਾਧ ਉਪਕਾਰੀ ਹੋਤ ਇੱਛਾ ਨਹਿ ਕਾਹੇ ਕੀ। ਆਖਿਆ ਮਹਾਰਾਜ ਕਰਮ ਕਮਾਇਓ ਜਸ ਪਾਇਓ ਫਲ ਇਨੇ ਤਸ। ਜੋ ਇਹਨਾਂ ਨੇ ਕੀਤਾ ਇਹਨਾਂ ਨੂੰ ਸਜ਼ਾ ਮਿਲ ਗਈ ਹੈ। ਜੇ ਇਹਨਾਂ ਨੇ ਇੱਕ ਸਾਧੂ ਦੇ ਗਲ ਵਿੱਚ, ਨੇਕ ਆਦਮੀ ਦੇ ਗਲ ਵਿੱਚ ਧਾਗਾ ਪਾ ਕੇ ਭੇਡੂ ਬਣਾਇਆ ਤੇ ਫਲ ਕੀ ਮਿਲਿਆ? ਹੁਣ ਦੋਵੇਂ ਹੀ, ਇੱਕ ਭੇਡ ਬਣ ਗਈ, ਇੱਕ ਕੁੱਤੀ ਬਣ ਗਈ। ਜੇ ਮਹਾਰਾਜ ਤੁਹਾਡੀ ਅਵੱਗਿਆ ਕੀਤੀ ਹੈ ਤੇ ਫਲ ਵੀ ਤੇ ਉਦਾਂ ਦਾ ਹੀ ਮਿਲਿਆ ਨਾ। ਇਸ ਕਰਕੇ ਕਰਮ ਕਮਾਇਓ ਜਸ ਪਾਇਓ ਫਲ ਇਨੈ ਤਸ। ਸਾਧ ਉਪਕਾਰੀ ਹੋਤ ਇੱਛਾ ਨਾਹੇ ਕਾਹੇ ਕੀ। ਤੁਸੀਂ ਤੇ ਸਾਧੂ ਹੋ, ਤੁਹਾਨੂੰ ਕਾਹਦੀ ਇੱਛਾ? ਤੁਸੀਂ ਸੁਣਿਆ ਹੈ ਨਾ ਕਿ ਜਿਹੜਾ ਸੰਤ ਹੁੰਦਾ ਹੈ, ਜਿਹੜੇ ਸਾਧੂ ਹੁੰਦੇ ਨੇ, ਬ੍ਰਹਮ ਗਿਆਨੀ ਹੁੰਦੇ ਨੇ, ਉਹ ਮਾਫ ਕਰ ਦਿੰਦੇ ਨੇ। ਪਰ ਸਾਡੇ ਲੋਕ ਮਾਫ ਵੀ ਕਰਦੇ ਨੇ, ਉਹਦੇ ਬਦਲੇ ਕਹਿਣਗੇ ਜੀ ਇਹ ਮਾਫੀ ਮੰਗੇ। ਮਾਫੀ ਵੀ ਫਿਰ ਇੱਦਾਂ ਮੰਗੇ, ਗੁਰਦੁਆਰੇ ਜਾ ਕੇ ਮੰਗੇ, ਫਿਰ ਮਾਫੀ ਵੀ ਮੰਗੇ, ਫਿਰ ਜੀ ਇਹ ਮੈਨੂੰ ਇੰਨੇ ਪੈਸੇ ਵੀ ਦੇਵੇ। ਅਸੀਂ ਮੁਆਵਜ਼ਾ ਵੀ ਮੰਗਦੇ ਹਾਂ, ਸਾਧੂ ਨਹੀਂ ਮੰਗਦੇ। ਉਹਨਾਂ ਦਾ ਲੈਣਾ ਦੇਣਾ ਹੀ ਨਹੀਂ ਹੁੰਦਾ ਕੁਝ। ਉਹਨਾਂ ਵਿਅਕਤੀਆਂ ਨੇ ਹਾੜੇ ਕੱਢੇ ਨੇ, ਤਰਲੇ ਕੀਤੇ ਨੇ। ਹਾਂਜੀ। ਮੰਦ ਮਤੀ ਮਨ ਮੂਰਖ ਏ। ਜਿਨ ਸੰਤਨ ਸੋ ਉਠ ਟਾਮਣ ਕੀਨਾ। ਇਹ ਮੰਦੀ ਮਤ ਵਾਲੀਆਂ ਇਹ ਮੂਰਖ ਔਰਤਾਂ ਨੇ, ਜਿਨ੍ਹਾਂ ਨੇ ਸੰਤਾਂ ਦੇ ਉੱਤੇ ਟੂਣਾ ਕਰਨਾ ਚਾਹਿਆ, ਜਿਨ੍ਹਾਂ ਨੇ ਸੰਤਾਂ ਦੇ ਉੱਤੇ ਟਾਮਣ ਕਰਨ ਦੀ, ਧਾਗੇ ਤਵੀਤ ਪਾਉਣ ਦੀ, ਕੋਈ ਮੰਤਰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ। ਠੌਰਕ ਠੌਰ ਨ ਜਾਣਤ ਹੈ। ਨਿਤ ਆਤੁਰ ਕਾਮ ਤੇ ਹੋਤ ਅਤੀਨਾ। ਮਹਾਰਾਜ ਇਹਨਾਂ ਨੂੰ ਨਹੀਂ ਪਤਾ ਚੰਗੀ ਤੇ ਮਾੜੀ ਥਾਂ ਦਾ, ਚੰਗੇ ਤੇ ਬੰਦੇ ਮਾੜੇ ਦਾ ਨਹੀਂ ਪਤਾ। ਹੁਣ ਇਹ ਸ਼ਬਦ ਆਪਾਂ ਕਹਿੰਦੇ ਜੀ ਲੋਭ ਮਾੜਾ ਹੈ। ਲੋਭ ਕਿਵੇਂ ਮਾੜਾ ਹੈ ਜੀ? ਲੋਭ ਤੋਂ ਬਿਨਾਂ ਤਰੱਕੀ ਹੋ ਸਕਦੀ ਹੈ? ਮੈਂ ਜਿਹੜੀ ਪੋਸਟ ਤੇ ਬੈਠਾ, ਜੇ ਮੈਂ ਪ੍ਰਮੋਸ਼ਨ ਦਾ ਲਾਲਚ ਨਹੀਂ ਕਰਾਂਗਾ ਤੇ ਮੈਂ ਮਿਹਨਤ ਨਹੀਂ ਕਰਾਂਗਾ। ਜਿੰਨੇ ਪੈਸੇ ਮੇਰੇ ਕੋਲ ਹੈਗੇ, ਜੇ ਮੈਂ ਵੱਧ ਕਮਾਉਣ ਦਾ ਲਾਲਚ ਨਹੀਂ ਕਰਾਂਗਾ ਤਾਂ ਮਿਹਨਤ ਵੀ ਨਹੀਂ ਕਰਾਂਗਾ।
ਆ ਸਾਰੀ ਦੁਨੀਆ ਦੀ ਤਰੱਕੀ ਜਿਹੜੀ ਹੈ ਲਾਲਚ ਤੇ ਹੀ ਰੁਕੀ ਹੈ, ਲੋਭ ਤੇ ਹੀ ਰੁਕੀ ਹੈ। ਦੁਨੀਆ ਦੇ ਵਿੱਚ ਤਰੱਕੀ ਕਰਨਾ, ਆਪਣੇ ਜੀਵਨ ਨੂੰ ਅੱਗੇ ਵਧਾਉਣਾ ਕੋਈ ਗੁਨਾਹ ਨਹੀਂ ਹੈ, ਪਰ ਇਹਦਾ ਇੱਕ ਉਹ ਪੱਖ, ਪਰ ਇਹ ਚਾਹੀਦਾ ਸੀ ਮਿਹਨਤ ਕਰਕੇ, ਲੋਭ ਕਰਕੇ ਨਹੀਂ। ਮਿਹਨਤ ਕਰਕੇ ਅੱਗੇ ਜਾਂਦੇ। ਹੁਣ ਲੋਭ ਕਰਕੇ ਕੀ ਹੈ ਕਿ ਲੋਭੀ ਜੰਤ ਨਾ ਜਾਣੇ, ਭਖ ਅਭਖ ਸਭ ਖਾਏ। ਜਿਉ ਕੂਕਰ ਹਰਕਾਇਆ ਧਾਵੇ ਦਹਿ ਦਿਸ਼ ਜਾਏ। ਲੋਭੀ ਆਦਮੀ ਹਲਕੇ ਕੁੱਤੇ ਵਰਗਾ ਹੋ ਜਾਂਦਾ ਹੈ, ਸਭ ਥਾਂ ਤੇ ਚਲਾ ਜਾਂਦਾ ਹੈ, ਸਭ ਨੂੰ ਵੱਢ ਖਾਂਦਾ ਹੈ। ਆਖਿਆ ਮਹਾਰਾਜ, ਇਹ ਐਸੀਆਂ ਔਰਤਾਂ ਨੇ ਜਿਨ੍ਹਾਂ ਨੂੰ ਠੌਰ ਕਠੌਰ ਦਾ, ਚੰਗੀ ਮਾੜੀ ਥਾਂ ਦਾ ਵੀ ਹੁਣ ਪਤਾ ਨਹੀਂ ਰਿਹਾ। ਇਹ ਕਾਮ ਦੇ ਵਿੱਚ ਆਤਰ ਹੋਈਆਂ, ਇਸ ਅਧੀਨਗੀ ਵਿੱਚ ਆਈਆਂ ਨੇ। ਹਾਂਜੀ, ਆਪ ਕਰੋ ਕਰੁਣਾ ਕਰੁਣਾ ਕਰ, ਤਉ ਸ਼ਰਨਾ ਪਰਨਾ ਹਮ ਲੀਨਾ। ਆਖਿਆ ਸਤਿਗੁਰੂ ਤੁਸੀਂ ਕਿਰਪਾ ਕਰ ਦਿਓ, ਅਸੀਂ ਤੁਹਾਡੀ ਸ਼ਰਨ ਆਏ ਆ, ਤੁਹਾਡਾ ਪਰਣਾ ਤੱਕਿਆ, ਤੁਹਾਡਾ ਆਸਰਾ ਲਿਆ ਹੈ, ਇਹਨਾਂ ਔਰਤਾਂ ਨੂੰ ਖਿਮਾ ਕਰ ਦਿਓ। ਹਾਂਜੀ, ਮਾਨ ਵਿਦੇਹ ਕਰੋ ਇਨ ਕੀ, ਬਖਸ਼ੋ ਅਪਰਾਧ ਤੁਮੈ ਪ੍ਰਭ ਚੀਨਾ। ਹੇ ਪ੍ਰਭੂ ਇਹਨਾਂ ਦੀ ਭੁੱਲ ਬਖਸ਼ ਦਿਓ, ਇਹਨਾਂ ਨੂੰ ਮੁੜ ਮਨੁੱਖਾ ਸਰੀਰ ਬਖਸ਼ਣਾ ਕਰੋ, ਦੇ ਦਿਓ। ਹਾਂਜੀ, ਗੁਰ ਨਾਨਕ ਆਨਨ ਬਹਿਨ ਪਣੇ, ਗੁਰ ਸਿੱਖੀ ਮਨਜੂਰ ਕਰੋ ਮਨ ਮਾਹੀ। ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿਣ ਲੱਗੇ, ਭਾਈ ਬਖਸ਼ੇ ਤਾਂ ਜਾਓਗੇ, ਪਰ ਫੈਸਲਾ ਕਰੋ ਅੱਜ ਕਿ ਸਿੱਖੀ ਦੇ ਮਾਰਗ ਤੇ ਤੁਰੋਗੇ ਕਿ ਜਿਹੜਾ ਧਰਮ ਦਾ ਰਸਤਾ ਹੈ ਉਸ ਤੇ ਚੱਲੋਗੇ। ਕਦੇ ਤੁਸੀਂ ਵੇਖਣਾ, ਸਿੱਖੀ ਦੇ ਵਿੱਚ ਕੁਝ ਵੀ ਤੁਹਾਡਾ ਪਰਸਨਲ ਨਹੀਂ, ਨਿੱਜੀ ਨਹੀਂ ਹੈ। ਹੁਣ ਕੇਸ ਹੈ, ਕੋਈ ਵੀ ਰੱਖ ਸਕਦਾ, ਕਸ਼ਹਿਰਾ ਕੋਈ ਵੀ ਪਾ ਸਕਦਾ, ਕੜਾ ਕੋਈ ਵੀ ਪਾ ਸਕਦਾ। ਕੜਾ ਤੇ ਮੁਸਲਮਾਨ ਵੀ ਪਾਉਂਦੇ ਨੇ ਜਿਹੜੇ ਗੁਰੂ ਘਰ ਨੂੰ ਮੰਨਦੇ ਨੇ। ਕੱਲ੍ਹ ਦਾ ਇੱਕ ਬਜ਼ੁਰਗ ਮੁਸਲਮਾਨ ਦਾ ਅਖੰਡ ਪਾਠ ਇੱਥੇ ਰੱਖਿਆ ਹੋਇਆ ਬੰਗਲਾ ਸਾਹਿਬ, ਉਹਦੀ ਸਿਹਤਯਾਬੀ ਵਾਸਤੇ, ਤੰਦਰੁਸਤੀ ਵਾਸਤੇ। ਬੜੇ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਇੱਥੇ ਲਿਆ ਕੇ ਮੁਸਲਮਾਨ ਸਰੋਵਰ ਵਿੱਚ ਇਸ਼ਨਾਨ ਕਰਾਉਂਦੇ ਨੇ। ਅੰਮ੍ਰਿਤ ਕੋਈ ਵੀ ਛਕ ਸਕਦਾ, ਜ਼ਰੂਰੀ ਨਹੀਂ ਸਿੱਖਾਂ ਦੇ ਘਰ ਜੰਮੋਗੇ ਤੇ ਛਕੋਗੇ। ਬੜੇ ਧਰਮਾਂ ਨੂੰ ਦੇ ਮੰਨਣ ਵਾਲੇ ਲੋਕ ਅੱਜ ਕੱਲ੍ਹ ਤਕਰੀਬਨ ਰੋਜ਼ ਆਉਂਦੇ ਨੇ। ਫਿਰ ਉਹਨਾਂ ਨੂੰ ਪੁੱਛੀਦਾ ਹੈ ਕਿ ਭਾਈ ਕੱਲਾ ਨਾ ਹੀ ਸਿੰਘਾਂ ਵਾਲਾ ਰੱਖਣਾ ਹੈ, ਕੱਲੀ ਪਾਗੀ ਬੰਨਣੀ ਹੈ, ਕੱਲੇ ਵਾਲ ਹੀ ਰੱਖਣੇ ਨੇ, ਤਾਂ ਦੱਸ ਦਿਓ। ਜੇ ਪ੍ਰੋਪਰ ਸਿੱਖੀ ਵਿੱਚ ਆਉਣਾ ਹੈ ਤਾਂ ਉਹਦੀ ਭਾਈ ਇੱਕ ਮਰਿਆਦਾ ਹੈ। ਨਾ ਤੇ ਤੁਸੀਂ ਕੋਰਟ ਕਚਹਿਰੀ ਜਾ ਕੇ ਵੀ ਆਪਣਾ ਬਦਲ ਸਕਦੇ ਹੋ, ਅਖਬਾਰ 'ਚ ਦੇ ਦਿਓ, ਮੁੜ ਕੇ SDM ਕੋਲੋਂ ਜਾ ਕੇ ਸਰਟੀਫਿਕੇਟ ਲੈ ਲਓ ਤੇ ਸਾਰੇ ਨਾਂ ਚੇਂਜ ਹੋ ਜਾਂਦੇ ਨੇ। ਸਰਟੀਫਿਕੇਟਾਂ ਤੋਂ ਲੈ ਕੇ ਜਿੰਨੇ ਆਈ ਕਾਰਡ ਨੇ ਸਾਰਿਆਂ ਤੇ ਨਾਂ ਤੁਹਾਡਾ ਤਬਦੀਲ ਹੋ ਜਾਏਗਾ। ਪਰ ਸਿੱਖੀ ਦੀ ਜਿਹੜੀ ਰਹੁ ਰੀਤ ਉਹ ਵੱਖਰੀ ਹੈ। ਸਤਿਗੁਰੂ ਕਹਿਣ ਲੱਗੇ, ਭਾਈ ਜੇ ਭੁੱਲ ਬਖਸ਼ਾਉਣੀ ਹੈ ਤੇ ਭੁੱਲ ਬਖਸ਼ਾਉਣ ਦਾ ਅਰਥ ਇਹ ਥੋੜ੍ਹਾ ਵੀ ਹੁਣ ਛੱਡ ਦਿਓ ਜੀ। ਸਾਡਾ ਸੁਭਾਅ ਇਹ ਹੈ, ਜਦੋਂ ਫੜੇ ਗਏ ਹੁਣ ਛੱਡ ਦਿਓ ਜੀ। ਪੁੱਛੋ ਵੀ ਅੱਗੇ ਤੋਂ ਤਾਂ ਨਹੀਂ ਕਰੋਗੇ? ਤੇ ਹਾਲਾਤ ਸਾਡੇ ਨੇ ਵੀ ਅੱਗੇ ਤੋਂ ਕਰਾਂਗੇ ਕਿਉਂ ਨਹੀਂ। ਅੱਗੇ ਤੋਂ ਤਾਂ ਜਿਹੜੀ ਹੁਣ ਗਲਤੀ ਕੋਈ ਲੂਪ ਹੋਲ ਰਹਿ ਗਿਆ ਜੀ, ਇਹਨੂੰ ਦੂਰ ਕਰਾਂਗੇ, ਕੰਮ ਤਾਂ ਇਹੋ ਹੀ ਕਰਾਂਗੇ। ਅਸੀਂ ਆਪਣੀ ਆਦਤ ਨਹੀਂ ਬਦਲਣਾ ਚਾਹੁੰਦੇ। ਮਾਫੀ ਮੰਗਣੀ ਚਾਹੁੰਦੇ ਆ, ਪਰ ਰਹਿਣਾ ਅਸੀਂ ਉੱਦਾਂ ਦੇ ਉੱਦਾਂ ਹੀ ਚਾਹੁੰਦੇ ਆ। ਸਤਿਗੁਰੂ ਕਹਿਣ ਲੱਗੇ, ਨਹੀਂ, ਇੱਦਾਂ ਮਾਫੀ ਨਹੀਂ ਮਿਲਣੀ। ਮਾਫੀ ਮਿਲੇਗੀ ਜੇ ਆਪਣੀਆਂ ਗਲਤੀਆਂ। ਹਰ ਕੈ ਕ੍ਰਿਤ ਜਾਹੀ। ਸਤਿਗੁਰੂ ਕਹਿਣ ਲੱਗੇ, ਫਿਰ ਧਰਮਸ਼ਾਲਾ ਬਣਾਓ। ਇਹ ਜਿਹੜੇ ਤੁਸੀਂ ਭੋਗ ਰਸਾਂ ਵਾਲੇ ਜੀਵਨ ਦਾ ਰਸਤਾ ਫੜਿਆ, ਇਹ ਟੂਣੇ ਟੰਮਣਾ ਵਾਲਾ, ਇਸ ਨੂੰ ਤਿਆਗੋ ਭਾਈ।
ਧਰਮਸ਼ਾਲ ਕਰੋ ਹਰ ਨਾਮ ਰਰੋ ਔਰ ਭਾਉ ਧਰੋ ਹਰ ਕਹਿ ਕ੍ਰਿਤ ਯਾਹੀ। ਨਾਮ ਸਿਮਰਨ ਕਰਨਾ, ਸੇਵਾ ਕਰਨੀ, ਧਰਮਸ਼ਾਲਾ ਬਣਾਉਣੀ, ਦਸਾਂ ਨੌਹਾਂ ਦੀ ਕਿਰਤ ਕਰਨੀ, ਇਹ ਰਸਤਾ ਧਾਰਨ ਕਰੋਗੇ ਕਿ ਸਾਡੇ ਜਾਣ ਤੋਂ ਬਾਅਦ ਫਿਰ ਇਹੋ ਹੀ ਕੰਮ ਕਰੋਗੇ ਕਿ ਜਿਹੜਾ ਦੂਜੇ ਦੇਸ਼ ਦਾ ਬੰਦਾ ਆਇਆ ਉਹਨੂੰ ਗੁਲਾਮ ਬਣਾ ਲਿਆ ਤੇ ਮੁੜ ਕੇ ਉਹਨਾਂ ਦੇ ਨਾਲ ਭੋਗ ਵਿਲਾਸ ਕੀਤੇ। ਹਾਂਜੀ। ਸਿੱਖ ਸੰਤਨ ਸੇਵੋ ਹੋਏ ਭਲੋ ਤੁਮ, ਗਰੀਬ ਪਰੇ ਨੈ ਅੰਤਕ ਫਾਹੀ। ਅੱਜ ਤੋਂ ਬਾਅਦ ਰੱਬ ਦੇ ਬੰਦਿਆਂ ਦੀ ਸੇਵਾ ਕਰਿਓ, ਕਦੇ ਤੁਹਾਡੇ ਗਲਾਂ ਦੇ ਵਿੱਚ ਜਮਾਂ ਦੀ ਰੱਸੀ, ਜਮਾਂ ਦੀ ਫਾਈ ਨਹੀਂ ਪਵੇਗੀ। ਹਾਂਜੀ। ਸੁਣ ਦੀਨ ਭਏ ਭਣਹੀ ਮੁਖ ਤੇ, ਤੁਮਰੇ ਅਨੁਸਾਰ ਬਿਨਾ ਹਮ ਨਾਹੀ। ਹੁਣ ਉਹ ਕਹਿੰਦੇ ਵੀ ਨਹੀਂ ਮਹਾਰਾਜ, ਹੁਣ ਤਾਂ ਤੁਹਾਡੇ ਅਨੁਸਾਰ ਹੀ ਚੱਲਾਂਗੇ, ਤੁਹਾਡੀ ਮਰਿਆਦਾ ਵਿੱਚ ਰਵਾਂਗੇ, ਤੁਹਾਡਾ ਹੁਕਮ ਕਮਾਵਾਂਗੇ, ਤੁਹਾਡੇ ਦੱਸੇ ਹੋਏ ਬਚਨਾਂ ਤੇ ਚੱਲਾਂਗੇ। ਹਾਂਜੀ। ਨਾਰ ਦੁਰਾਚਾਰ ਬਿਬਚਾਰਨ ਕੀ ਚਾਲ ਜਿਹੇ, ਸੋ ਤੋ ਦੁਖ ਹੈਣੂ ਕੇ ਜੋਗ ਮਨ ਜਾਨੀਐ। ਨਾਰ ਦੁਰਾਚਾਰ ਵਿਚਾਰਨ ਕੀ ਚਾਲ ਜਿਹੇ, ਸੋ ਤੋ ਦੁਖ ਦੇਣ ਹੂੰ ਕੇ ਜਗ ਮਨ ਜਾਨੀਐ। ਸਤਿਗੁਰੂ ਕਹਿਣ ਲੱਗੇ ਇਹ ਚੇਤਾ ਰੱਖਣਾ, ਇਹ ਰਸਤਾ ਹਮੇਸ਼ਾ ਹੀ ਦੁਖਦਾਈ ਹੈ। ਵੇਖੋ ਇਸ ਕਰੋਨੇ ਦੀ ਮਹਾਮਾਰੀ ਦੇ ਵਿੱਚ ਸਾਨੂੰ ਕੀ ਪਹਿਲਾ ਉਪਦੇਸ਼ ਕੀ ਮਿਲਿਆ? ਕਹਿੰਦੇ ਜੀ ਸੋਸ਼ਲ ਡਿਸਟੈਂਸ। ਪੁੱਛੋ ਵੀ ਅਸੀਂ ਤੇ ਹੈਂਡ ਸ਼ੇਕ ਕਰਨ ਵਾਲੇ, ਇੱਕ ਦੂਜੇ ਨੂੰ ਗਲੇ ਲਾ ਕੇ ਮਿਲਣ ਵਾਲੇ, ਇੱਥੋਂ ਵੀ ਅੱਗੇ ਚਲਾ ਗਿਆ ਕੰਮ, ਇੱਥੋਂ ਵੀ ਅੱਗੇ ਚਲਾ ਗਿਆ। ਇੱਕ ਦੂਜੇ ਦੇ ਮੂੰਹ ਨਾਲ ਮੂੰਹ ਲਾਉਣ ਵਾਲੇ ਹੋ ਗਏ ਅਸੀਂ ਤਾਂ। ਕਰੋਨੇ ਨੇ ਕਿਹਾ ਵੀ ਨਹੀਂ। ਹੁਣ ਸਿੱਖੀ ਦਾ ਪਹਿਲਾ ਉਪਦੇਸ਼ ਇਹ ਹੈ ਵੀ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਗਜਾਵੇ। ਸਾਡੇ 'ਚ ਹੈਂਡ ਸ਼ੇਕ ਨਹੀਂ ਹੈਗਾ, ਇਹ ਅੰਗਰੇਜ਼ਾਂ 'ਚ ਹੈ। ਉਹ ਗਲੇ ਲੱਗ ਲੱਗ ਕੇ ਮਿਲਣਾ, ਇਹ ਬਹੁਤਾ ਇਸਲਾਮ ਵਾਲਿਆਂ ਦੇ ਵਿੱਚ ਹੈ। ਉਹ ਕਹਿੰਦੇ ਨਾ ਗੱਡੀ ਆ ਗਈ ਤੇ ਗਲੇ ਲੱਗ ਕੇ ਮਿਲਦਿਆਂ ਮਿਲਦਿਆਂ ਪਹਿਲੇ ਆਪ ਕਹਿੰਦੇ ਗੱਡੀ ਲੰਘ ਗਈ। ਤੇ ਸਾਡਾ ਵਧੀਆ ਕੰਮ ਨਹੀਂ, ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਚੁੱਕਿਆ ਸਮਾਨ ਤੇ ਗੱਡੀ 'ਚ। ਗੱਡੀ ਕਿੱਥੋਂ ਲੰਘ ਜੂਗੀ? ਫਿਰ ਸੁਚਮਤਾ ਸਤਿਗੁਰੂ ਨੇ ਸਿਖਾਈ ਸਾਨੂੰ। ਅਸੀਂ ਕਿੱਥੇ ਪਹੁੰਚ ਗਏ? ਅਸੀਂ ਇੱਥੇ ਪਹੁੰਚ ਗਏ ਕਿ ਜੇ ਕਿਤੇ ਇਕੱਠੇ ਕੰਮ ਕਰਦੇ ਆ ਤੇ ਭਾਈਚਾਰਾ ਹੀ ਤਾਂ ਬਣੇਗਾ ਵੀ ਜਿੰਨੇ ਬੰਦੇ ਕੰਮ ਕਰਦੇ ਨੇ ਉਹ ਆਪਣਾ ਆਪਣਾ ਰੋਟੀ ਦਾ ਡੱਬਾ ਖੋਲੋ ਤੇ ਵਿਚਕਾਰ ਰੱਖ ਦਿਓ। ਹੁਣ ਮਾਰੋ ਕਾਵਾਂ ਵਾਲੇ ਠੂੰਗੇ, ਇੱਕ ਬੁਰਕੀ ਇਸ ਡੱਬੇ 'ਚ, ਦੂਜੀ ਬੁਰਕੀ ਉਸ ਡੱਬੇ 'ਚ, ਤੀਜੀ ਬੁਰਕੀ ਉਸ ਡੱਬੇ 'ਚ, ਚੌਥੀ ਉਸ ਟਿਫਨ 'ਚ। ਵੀ ਝੂਠਾ ਖਾਣਾ ਹੀ ਮਤਲਬ ਭਾਈਚਾਰਾ ਹੈ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ, ਭਾਈਚਾਰਾ ਇਹ ਨਹੀਂ ਸੀਗਾ। ਭਾਈਚਾਰਾ ਇਹ ਸੀ ਵੀ ਅੱਜ ਪ੍ਰਸ਼ਾਦਾ ਮੇਰੇ ਘਰੋਂ ਆਉਂਦਾ, ਸਾਰੇ ਖਾ ਲੈਂਦੇ। ਮੈਂ ਤਾਂ ਅਮਰੀਕਾ ਵਰਗੇ ਮੁਲਕ 'ਚ ਵੇਖਿਆ, ਉਹ ਵੀ ਕਹਿੰਦੇ ਗੱਡੀ ਪੂਲ ਕਰੋ, ਇਕੱਲੇ ਬੰਦੇ ਜੋ ਗੱਡੀ ਲੈ ਕੇ ਜਾ ਰਹੇ ਹੋ ਤਾਂ 2-3 ਜਣੇ ਇਕੱਠੇ ਹੋ ਜਾਓ। ਕਰਦੇ ਨੇ ਲੋਕ। ਉਹਦੇ ਲਈ ਗੌਰਮੈਂਟ ਨੇ ਸੜਕਾਂ ਵੱਖਰੀਆਂ ਬਣਾਈਆਂ ਨੇ। ਉਹਦਾ ਤਰੀਕਾ ਕੀ? ਅੱਜ ਗੱਡੀ ਮੈਂ ਲੈ ਕੇ ਚੱਲਾਂਗਾ, ਤੁਸੀਂ 2 ਜਣੇ ਮੇਰੇ ਨਾਲ ਚੱਲੋਗੇ। ਕੱਲ ਗੱਡੀ ਦੂਜਾ ਲਵੇਗਾ, 2 ਬੰਦੇ ਅਸੀਂ ਤੁਹਾਡੇ ਨਾਲ ਚੱਲਾਂਗੇ। ਭਾਈਚਾਰਾ ਇਹ ਸੀਗਾ ਕਿ ਕਦੇ ਰੋਟੀ ਹਿੰਦੂ ਦੇ ਘਰੋਂ ਆ ਜਾਂਦੀ, ਕਦੇ ਮੁਸਲਮਾਨ ਦੇ ਘਰੋਂ ਆ ਜਾਂਦੀ, ਕਦੇ ਈਸਾਈ ਦੇ ਘਰੋਂ ਆ ਜਾਂਦੀ, ਕਦੇ ਸਿੱਖ ਦੇ ਘਰੋਂ ਆ ਜਾਂਦੀ, ਸਾਰੇ ਖਾ ਲੈਂਦੇ, ਆਪੇ ਭਾਈਚਾਰਾ ਬਣ ਜਾਂਦਾ। ਉਹ ਨਹੀਂ ਕੀਤਾ। ਸਾਰੇ ਡੱਬੇ ਖੋਲ ਲਏ, ਉਹਦੇ 'ਚ ਠੂੰਗੇ ਮਾਰੀ ਗਏ। ਹੁਣ ਮਾਰੋ ਖਪਲਾ। ਕਰੋਨੇ ਨੇ ਨਾ ਸਾਡਾ ਉਹਨਾਂ ਨੁਕਸਾਨ ਨਹੀਂ ਕੀਤਾ ਜਿੰਨਾ ਸਾਨੂੰ ਸਬਕ ਸਿਖਾਇਆ ਹੈ। ਸਬਕ ਵੀ ਐਸਾ ਸਿਖਾਇਆ ਵੀ ਮੈਨੂੰ
ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਵੀ ਦੁਨੀਆ ਦਾ ਕੋਈ ਸ਼ਾਇਦ ਕਾਨੂੰਨ ਬਣ ਹੀ ਨਹੀਂ ਸਕਣਾ ਸੀ। ਇੰਨੀ ਆਜ਼ਾਦੀ, ਇੰਨਾ ਮਤਲਬ ਲੋਕਾਂ ਦੇ ਵਿੱਚ ਆ ਗਿਆ ਸੀਗਾ ਕਿ ਮੈਂ ਜੋ ਮਰਜ਼ੀ ਕਰਾਂ। ਜੀ ਤੁਸੀਂ ਕੌਣ ਹੋ? ਕਿੱਥੇ ਲਿਆ ਕੇ ਰੱਬ ਨੇ ਖੜੇ ਕਰਤੇ। ਸਾਰਾ ਦਿਨ ਭੱਜੇ ਫਿਰਦੇ ਸੀ, ਉਹਨਾਂ ਕਿਹਾ ਬਹਿ ਕੇ ਕੰਮ ਕਰੋ। ਪਤਾ ਨਹੀਂ ਸ਼ਾਇਦ ਇਸੇ ਕਰਕੇ ਟਾਈਮ ਵਧੀ ਜਾਂਦਾ ਵੀ ਬੱਚਿਆਂ ਨੂੰ ਵੀ ਘਰ ਬਹਿ ਕੇ ਪੜ੍ਹਨਾ ਸਿਖਾਤਾ, ਬੰਦਿਆਂ ਨੂੰ ਘਰ ਬਹਿ ਕੇ ਕੰਮ ਕਰਨਾ ਸਿਖਾਤਾ, ਤੇ ਸਾਨੂੰ ਘਰ 'ਚ ਇਕੱਠੇ ਰਹਿਣਾ ਵੀ ਸਿਖਾਤਾ ਮੁੜ ਕੇ। ਮੈਂ ਤਾਂ ਕਿਤੇ ਅੱਗੇ ਵੀ ਬੇਨਤੀ ਕੀਤੀ ਵੀ ਮੈਂ ਗੱਦੇ ਮੰਗੇ, ਤਾਂ ਫਰਨੀਚਰ ਵਾਲੇ ਨੇ, ਮੇਰੇ ਦੋਸਤ ਨੇ, ਉਹ ਕਹਿੰਦੇ ਜੀ ਮਾਰਕੀਟ 'ਚ ਗੱਦੇ ਹੀ ਹੈ ਨਹੀਂ। ਮੈਂ ਕੀ ਹੈ? ਕਹਿੰਦਾ ਲੋਕੀ ਘਰ ਸੌਣ ਲੱਗੇ ਤੇ ਪਤਾ ਲੱਗਾ ਵੀ ਘਰ ਦੇ ਗੱਦੇ ਖਰਾਬ ਨੇ। ਕਹਿੰਦੇ ਪੂਰੀ ਮਾਰਕੀਟ 'ਚ ਗੱਦੇ ਕਿਤੇ ਨਹੀਂ ਹੈਗੇ। ਮੈਨੂੰ ਦਸੀ ਦਿਨ ਹੀ ਮਿਲੇ 2 ਗੱਦੇ। ਹੁਣ ਘਰ ਰਹੀਏ ਤੇ ਘਰ ਦੀਆਂ ਮੁਸ਼ਕਲਾਂ ਪਤਾ ਲੱਗਣ ਵੀ ਘਰ 'ਚ ਕੀ ਹੋਣ ਵਾਲਾ ਤੇ ਕੀ ਨਹੀਂ ਹੋਣ ਵਾਲਾ। ਦੁਬਾਰਾ ਸਾਨੂੰ ਘਰ ਵਿੱਚ ਰਹਿਣਾ ਸਿਖਾਇਆ ਰੱਬ ਨੇ ਵੀ ਇਕੱਠੇ ਹੋ ਕੇ ਰਹਿ ਕੇ ਵਿਖਾਓਗਾ। 2-3 ਮਹੀਨੇ ਇਕੱਠੇ ਰਹੋ, ਇਕੱਠੇ ਬਹਿ ਕੇ ਖਾਓ ਪੀਓ, ਚਾਹ ਪੀਓ, ਉੱਠੋ ਬੈਠੋ, ਇੱਕ ਦੂਜੇ ਨਾਲ ਗੱਲਾਂ ਕਰੋ। ਤੋ ਇਸ ਕਥਾ ਨੂੰ ਜਦੋਂ ਆਪਾਂ ਸੁਣਦੇ ਹਾਂ, ਨਾਰ ਦੁਰਾਚਾਰ ਵੇ ਵਿਚਾਰਨ ਕੀ ਚਾਲ ਜਿਹੇ ਸੋ ਤੋ ਦੁੱਖ ਦੈਨ ਹੋ ਕੇ ਜੋਗ ਮਨ ਜਾਣੀਐ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜੇ ਮਾੜੇ ਕਰਮ ਨੇ ਇਹ ਚੇਤਾ ਰੱਖਣਾ, ਇਹ ਦੁਖਦਾਈ ਨੇ। ਹਾਂਜੀ। ਭਏ ਹੋ ਅਧੀਨ ਪਉਨ ਬੇਨਤੀ ਸੋ ਕੀਨ ਤੁਮ ਜਾਂਤੇ ਹੋਏ ਨਾਰ ਤਨ ਇਨਕੇ ਪ੍ਰਮਾਨੀਐ। ਭੈ ਹੋ ਅਧੀਨ ਪੁਨ ਬੇਨਤੀ ਸ਼ੌਕੀਨ ਤੁਮ ਜਾਂਤੇ ਹੋਏ ਨਾਰ ਤਨ ਇਨਕੇ ਪ੍ਰਮਾਨੀਐ। ਸਤਿਗੁਰੂ ਕਹਿਣ ਲੱਗੇ ਹੁਣੇ ਠੀਕ ਹੋ ਜਾਣਗੀਆਂ, ਇਹ ਵਾਪਸ ਇਸਤਰੀਆਂ ਬਣ ਜਾਣਗੀਆਂ, ਕੁੱਤੀ ਦੇ ਸਰੀਰ ਤੋਂ, ਭੇਡ ਦੇ ਸਰੀਰ ਤੋਂ। ਹਾਂਜੀ। ਐਸੇ ਹੀ ਪਣਤ ਭਈ ਦੇਹ ਤਿਨ ਪੂਰਬ ਸੀ ਹੇਰ ਗੁਰ ਰੂਪ ਪੁਨ ਮਨ ਪਛਤਾਨੀਐ। ਹੁਣ ਜਦੋਂ ਉਹਨਾਂ ਇਸਤਰੀਆਂ ਦੇ ਸਰੀਰ ਪਲਟੇ, ਫਿਰ ਵਾਪਸ ਇਸਤਰੀਆਂ ਬਣੀਆਂ। ਹੁਣ ਨੱਕ ਰਗੜਦੀਆਂ ਨੇ, ਮਾਫੀਆਂ ਮੰਗਦੀਆਂ ਨੇ। ਇਹ ਉਹੀ ਔਰਤਾਂ ਨੇ ਜਿਹੜੀਆਂ ਧਾਗਾ ਪਾਉਣ ਲਈ ਭੱਜੀਆਂ ਸੀ, ਜਿਹੜੀਆਂ ਗੁਰੂ ਨਾਨਕ ਸਾਹਿਬ ਪਿਤਾ ਦੇ ਮਨ ਵਿੱਚ ਕਿਰਪਾ ਆਈ। ਫਿਰ ਇੱਕ ਰਾਤ ਸਤਿਗੁਰੂ ਇੱਥੇ ਹੀ ਰਹੇ। ਇਸੇ ਨਗਰ ਦੇ ਵਿੱਚ ਸਤਿਗੁਰੂ ਜੀ ਨੇ ਧੰਨਪੁਰ ਗਿਰਾਂ ਇਸ ਦਾ ਨਾਮ ਲਿਖਿਆ। ਢਾਕੇ ਤੋਂ 5 ਮੀਲ ਅੱਗੇ ਇਹਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਇਹ ਜਗ੍ਹਾ ਹੈ, ਇੱਥੇ ਸਤਿਗੁਰੂ ਜੀ ਨੇ ਰਾਤ ਗੁਜ਼ਾਰੀ ਹੈ। ਹਾਂਜੀ। ਪੁਨ ਸਾਰ ਪਈ ਤੁਨ ਕੰਬ ਕਈ ਨਿਸਨਾਸ ਗਈ ਸੁਖ ਸਾਗਰ ਜਾਗੇ। ਹੁਣ ਸਵੇਰ ਹੋਈ ਹੈ, ਕਿਸੇ ਨੇ ਸੰਖ ਪੂਰਿਆ, ਰਾਤ ਚਲੀ ਗਈ ਹੈ, ਸੂਰਜ ਚੜ੍ਹਿਆ ਹੈ, ਅਗਲੀ ਸਵੇਰ ਹੋਈ ਹੈ। ਹਾਂਜੀ। ਮਿਲ ਮਾਨਵ ਜਾਨਵ ਭੇਵੈ ਕੋ ਤਿਨ ਆਨਵ ਭੇਟ ਹਿਰਦੇ ਅਨੁਰਾਗੇ। ਮਿਲ ਮਾਨਵ ਜਾਨਵ ਭੇਵੈ ਕੋ ਤਿਨ ਆਨਵ ਭੇਟ ਹਿਰਦੇ ਅਨੁਰਾਗੇ। ਹੁਣ ਜਿਨ੍ਹਾਂ ਜਿਨ੍ਹਾਂ ਨੂੰ ਖਬਰ ਮਿਲੀ ਹੈ ਕੱਲ ਦੀ, ਉਹ ਫਿਰ ਅਗਲੇ ਦਿਨ ਭੇਟਾ ਲੈ ਕੇ ਆਏ, ਧਾਗੇ ਲੈ ਕੇ ਨਹੀਂ ਆਏ। ਮੁੜ ਕੇ ਆ ਕੇ ਮੰਤਰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਤਾਂ ਭੇਟਾਵਾਂ ਲੈ ਕੇ ਆ ਕੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੂੰ ਮੱਥਾ ਟੇਕਦੇ ਨੇ ਇੱਥੋਂ ਦੇ ਲੋਕ, ਇੱਥੋਂ ਦੀਆਂ ਇਸਤਰੀਆਂ। ਹਾਂਜੀ। ਪਗ ਪਾਹੁਲ ਦੀਨ ਕੇਰ ਤਾਰ ਥਕੀਨਾ ਭਏ ਅਗਹੀਨ ਵੱਡੇ ਵੱਡ ਭਾਗੇ। ਇੱਥੇ ਫਿਰ ਸਤਿਗੁਰੂ ਨੇ ਇਹਨਾਂ ਨੂੰ ਚਰਨ ਪਹੁਲ ਦਿੱਤੀ ਹੈ, ਸਿੱਖੀ ਦਿੱਤੀ ਹੈ, ਇਹਨਾਂ ਦੇ ਪਾਪ ਮਿਟਾਏ ਨੇ, ਇਹ ਵੱਡੇ ਭਾਗਾਂ ਵਾਲੇ ਹੋ ਗਏ। ਹੁਣ ਪਾਪ ਮਿਟਦਿਆਂ ਕਰੋੜਾਂ ਸਾਲ ਨਹੀਂ ਜੇ ਲੱਗਦੇ। ਹੁਣ ਇੱਕ ਆਦਮੀ ਚੋਰੀ ਕਰਦਾ, ਉਹ ਚੋਰੀ ਛੱਡ ਦੇਵੇ ਤੇ ਸਾਧੂ ਬਣਦਿਆਂ ਕਿੰਨਾ ਚਿਰ ਲੱਗਦਾ। ਇੱਕ ਆਦਮੀ ਸ਼ਰਾਬ ਪੀਂਦਾ ਸੀ, ਇਹ ਗੱਲ ਤੇ ਆਮ ਹੋਏਗੀ ਨਾ, ਤੁਸੀਂ ਵੀ ਦੁਨੀਆ ਵਿੱਚ ਰਹਿੰਦੇ ਹੋ, ਮੈਂ ਵੀ ਰਹਿਣਾ, ਮੈਨੂੰ ਵੀ ਪਤਾ ਵੀ ਬੰਦਾ ਬੜੀ ਸ਼ਰਾਬ ਪੀਂਦਾ ਹੈ। ਹੁਣ ਇੱਕ ਦਿਨ ਕੀ ਹੋਇਆ, ਮਿਲਿਆ, ਮੈਂ ਕਿਹਾ ਭਾਜੀ ਤੁਹਾਡਾ ਤੇ ਟਾਈਮ ਹੋ ਗਿਆ। ਕਹਿੰਦਾ ਤੁਹਾਨੂੰ ਨਹੀਂ ਪਤਾ। ਨਹੀਂ,
ਕਹਿੰਦਾ ਮੈਂ ਤਾਂ ਮਹੀਨਾ ਹੋ ਗਿਆ, ਮੈਂ ਤਾਂ ਅੰਮ੍ਰਿਤ ਛਕ ਲਿਆ। ਹੁਣ ਕਿਹੜੇ ਮੂੰਹ ਨਾਲ ਸ਼ਰਾਬੀ ਕਹੋਗੇ ਤੁਸੀਂ? ਫਿਰ ਆਪਾਂ ਕੀ ਕਵਾਂਗੇ? ਭਾਜੀ ਤੁਸੀਂ ਤੇ ਕਮਾਲ ਕਰਦੀ, ਤੁਸੀਂ ਤਾਂ ਗੁਰੂ ਵਾਲੇ ਬਣ ਗਏ। ਉਹ ਸ਼ਰਾਬੀ ਦਾ ਜਿਹੜਾ ਉਹਦੇ ਤੇ ਸਟicker ਲੱਗਿਆ ਸੀ 1 ਸੈਕਿੰਡ 'ਚ ਉਤਰ ਗਿਆ। ਜੇ ਆਪਾਂ ਕਹੀਏ ਨਾ ਵੀ ਪਾਪਾਂ ਨੂੰ ਉਤਰਦਿਆਂ ਟਾਈਮ ਲੱਗਦਾ ਹੈ, ਹਾਂ ਧੋਤਿਆਂ ਤੇ ਟਾਈਮ ਲੱਗ ਸਕਦਾ ਹੈ, ਪਰ ਜੇ ਅਸੀਂ ਆਪਣੀ ਗਲਤੀ ਸੁਧਾਰ ਲਈਏ ਤੇ ਕੋਈ ਟਾਈਮ ਨਹੀਂ ਲੱਗਦਾ। ਔਰ ਇਹਦਾ ਤਰੀਕਾ ਵੀ ਇਹੀ ਹੈ। ਭੁੱਲ ਬਖਸ਼ੀ ਜਾ ਸਕਦੀ ਹੈ, ਧੋਤੀ ਨਹੀਂ ਜਾ ਸਕਦੀ। ਤੇ ਬਖਸ਼ੀ ਤਾਂ ਜਾ ਸਕਦੀ ਹੈ ਜੇ ਆਦਮੀ ਤੋਬਾ ਕਰੇ ਤਾਂ, ਕਿ ਨਹੀਂ ਜੀ ਉਸ ਤੋਂ ਬਾਅਦ ਇਹ ਗਲਤੀ ਮੈਂ ਨਹੀਂ ਕਰਾਂਗਾ। ਹਾਂਜੀ। ਧਰਮਸ਼ਾਲ ਵਿਸਾਲ ਰਚੀ ਤਹਿ ਕਾਲ ਦਿਆਲ ਕੀ ਕੀਰਤ ਮੈਂ ਮਤ ਪਾਗੇ। ਇਹਨਾਂ ਨੇ ਫਿਰ ਇੱਥੇ ਧਰਮਸ਼ਾਲਾ ਵੀ ਬਣਾਈ। ਇਹ ਸਾਰੇ ਗੁਰੂ ਦੇ ਚਰਨਾਂ ਨਾਲ ਜੁੜੇ। ਚਰਨ ਪੌਲ ਸਤਿਗੁਰੂ ਬਖਸ਼ ਕੇ ਗਏ ਸਨ ਇਹਨਾਂ ਨੂੰ। ਸਤਿਗੁਰੂ ਨੇ ਇਹਨਾਂ ਨੂੰ ਕਿਰਤਾਰਥ ਕਰ ਦਿੱਤਾ। ਸੱਚੇ ਪਾਤਸ਼ਾਹ ਨੇ ਇਹਨਾਂ ਦੀਆਂ ਭੁੱਲਾਂ, ਇਹਨਾਂ ਦੇ ਪਾਪ ਬਖਸ਼ ਦਿੱਤੇ। ਹਾਂਜੀ। ਦਿਨ ਪੰਚ ਰਹੇ ਅਗ ਓਗ ਦਹੇ ਪੁੰਨ ਬੈਣ ਕਹੇ ਹਮ ਜਾਹੇ ਅਗਾਰੀ। ਇਹ ਫਿਰ ਇੱਕ ਦਿਨ ਨਹੀਂ, ਸਤਿਗੁਰੂ ਫਿਰ ਹੋਰ ਰੁਕੇ। 5 ਦਿਨ 5 ਰਾਤਾਂ ਇੱਥੇ ਬਤੀਤ ਕੀਤੀਆਂ। ਫਿਰ ਸਤਿਗੁਰੂ ਜੀ ਇੱਥੋਂ ਅੱਗੇ ਪ੍ਰਸਥਾਨ ਕਰਦੇ ਨੇ, ਚੱਲਦੇ ਨੇ। ਹਾਂਜੀ। ਘਰ ਜੋਰ ਪਮਾਨ ਬਿਨੈ ਜੋ ਬਖਾਨ ਭਈ ਇਹ ਥਾਨ ਮਾਇਆ ਸੋ ਤੁਮਾਰੀ। ਇਸ ਤਰ੍ਹਾਂ ਕਰ ਜੋਰ ਪਮਾਨ ਬਿਨੇ ਜੋ ਬਖਾਨ ਭਈ ਇਹ ਥਾਨ ਮਾਇਆ ਸੋ ਤੁਮਾਰੀ। ਹੁਣ ਉਹ ਸਾਰੇ ਲੋਕ ਕੀ ਕਹਿੰਦੇ ਨੇ? ਕਹਿੰਦੇ ਗੁਰੂ ਨਾਨਕ ਇਹ ਤੁਹਾਡੀ ਕਿਰਪਾ ਹੋਈ, ਇਹ ਪਾਪਾਂ ਦੀ ਨਗਰੀ ਪਵਿੱਤਰ ਨਗਰੀ ਬਣ ਗਈ। ਇੱਥੇ ਰੋਜ਼ ਪਾਪ ਹੁੰਦੇ ਸੀ, ਹੁਣ ਪੁੰਨ ਹੋਇਆ ਕਰਨਗੇ। ਰੋਜ਼ ਪਾਠ ਪੂਜਾ ਹੋਏਗੀ, ਰੋਜ਼ ਇੱਥੇ ਰੱਬ ਦੀ ਸਿਫਤ ਸਲਾਹ ਹੋਏਗੀ। ਹੁਣ ਅਸੀਂ ਇੱਥੋਂ ਦੇ ਲੋਕ ਸਾਰੇ ਆਪਣੀ ਦਸਾਂ ਨੌਵਾਂ ਦੀ ਕਿਰਤ ਕਰਾਂਗੇ। ਹਾਂਜੀ। ਮਤ ਮੰਦਨ ਕੋ ਗਤ ਪੰਦ ਦਇਓ ਸੁਖ ਕੰਦ ਗੋਬਿੰਦ ਮੁਕੰਦ ਉਦਾਰੀ। ਆਖਿਆ ਦਾਤਾ ਤੁਸੀਂ ਮੰਦੀ ਮਤ ਵਾਲਿਆਂ ਨੂੰ ਉੱਚੀ ਪਦਵੀ ਦੇ ਦਿੱਤੀ ਹੈ, ਉੱਚੀ ਮਤ ਦੇ ਦਿੱਤੀ ਹੈ, ਪੰਦ ਗਤ ਪੰਦ ਬਖਸ਼ ਦਿੱਤਾ ਹੈ। ਸੁਖ ਕੰਦ ਗੋਬਿੰਦ ਮੁਕੰਦ ਉਦਾਰੀ। ਇਹ ਧਰਤੀ ਦੇ ਆਸਰੇ, ਇਹ ਮੁਕਤੀ ਦੇ ਦਾਤੇ, ਇਹ ਦਿਆਲੂ ਦਾਤਾ, ਇਹ ਸੁੱਖਾਂ ਦੇ ਮੂਲ ਗੁਰੂ ਨਾਨਕ, ਤੁਸੀਂ ਬੜੀ ਕਿਰਪਾ ਕੀਤੀ ਹੈ। ਹਾਂਜੀ। ਇਹ ਠੌਰ ਰਹੋ ਦਿਨ ਔਰ ਕਛੂ ਸਿਰ ਮੋਹਰ ਤੁਹੀ ਜਗ ਮਹਿ ਗਤਕਾਰੀ। ਪੂਰੇ ਨਗਰ ਦੇ ਲੋਕ ਹੱਥ ਜੋੜ ਕੇ ਕਹਿੰਦੇ ਨੇ ਬਾਬਾ ਤੇਰੇ ਤੋਂ ਵੱਡਾ ਕੋਈ ਪਰਮੇਸ਼ਰ ਨਹੀਂ, ਤੇਰੇ ਤੋਂ ਵੱਡਾ ਜਗ ਦੇ ਵਿੱਚ ਕੋਈ ਗਤਕਾਰੀ, ਕੋਈ ਮੁਕਤੀ ਦਾ ਦਾਤਾ ਨਹੀਂ। ਤੇ ਥੋੜੇ ਦਿਨ ਹੋਰ ਰਹਿ ਲਓ, ਕੁਝ ਸਮਾਂ ਹੋਰ ਰਵੋ, ਸਾਨੂੰ ਸੰਗਤ ਦਾ ਸੇਵਾ ਦਾ ਸੁਭਾਗ ਪ੍ਰਾਪਤ ਹੋਏਗਾ। ਨਿਤ ਵਾਹੇ ਗੁਰੂ ਮੁਖ ਨਾਮ ਜਪੋ ਅਰਦਾਸ ਤਿਹਾਵਲ ਕੀ ਕਰੀਏ। ਸਤਿਗੁਰੂ ਨੇ ਉਹਨਾਂ ਨੂੰ ਉਪਦੇਸ਼ ਕੀਤਾ। ਕਹਿਣ ਲੱਗੇ ਭਾਈ ਤੁਸੀਂ ਰੱਬ ਦੀ ਸਿਫਤ ਸਲਾਹ ਕਰਨੀ ਹੈ ਤੇ ਆਪਣੇ ਘਰਾਂ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ। ਇਹ ਵੇਖੋ ਬਹੁਤ ਹੀ ਵੱਡਾ ਇੱਕ ਨੁਕਤਾ ਹੈ। ਆਪਾਂ ਸਾਰੇ ਚਾਹੁੰਦੇ ਹਾਂ ਸਾਡੇ ਘਰ 'ਚ ਸੁੱਖ ਸਮਰਿੱਧੀ ਹੋਵੇ, ਤਾਂ ਫਿਰ ਸਾਡੇ ਘਰ ਵਿੱਚ ਦੇਗ ਬਣਨੀ ਚਾਹੀਦੀ ਹੈ, ਪਾਠ ਹੋਣਾ ਚਾਹੀਦਾ ਹੈ, ਬਾਣੀ ਪੜ੍ਹੀ ਜਾਣੀ ਚਾਹੀਦੀ ਹੈ, ਸੱਚ ਬੋਲਿਆ ਜਾਣਾ ਚਾਹੀਦਾ ਹੈ। ਆਪੇ ਘਰ ਮੰਦਰ ਬਣ ਜਾਏਗਾ, ਆਪੇ ਘਰ ਧਰਮਸ਼ਾਲਾ ਬਣ ਜਾਏਗਾ। ਭਾਈ ਸਤਿਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਰੱਬ ਦਾ ਨਾਮ ਸਿਮਰਨਾ ਹੈ, ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ। ਹਾਂਜੀ। ਮਨ ਕਾਮਨਾ ਪੂਰਨ ਹੋਵੇਗੀ ਹਰ ਕੀਰਤ ਪ੍ਰੀਤ ਹਿਰਦੈ ਤਰੀਐ। ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਏਗੀ, ਜੋ ਇੱਛਾ ਕਰੋਗੇ ਪੂਰੀ ਹੋ ਜਾਏਗੀ। ਪਰ ਰੱਬ ਦੇ ਨਾਲ ਪ੍ਰੀਤ ਕਰਿਓ,
ਦੇਖੋ ਇਹ ਗੱਲ ਨਾ ਜਿਵੇਂ ਜਿਵੇਂ ਤੁਸੀਂ ਸੰਗਤ ਵਿੱਚ ਬੈਠੋਗੇ ਤੁਹਾਨੂੰ ਸਮਝ ਆਏਗੀ। ਜਿਵੇਂ ਜਿਵੇਂ ਆਪਾਂ ਇੱਥੇ ਬੈਠ ਕੇ ਐਜੂਕੇਟ ਹੋਵਾਂਗੇ ਨਾ, ਸਾਡੀਆਂ ਮਨੋਕਾਮਨਾ ਵੀ ਬਦਲਣਗੀਆਂ। ਇਹਦੀ ਇੱਕ ਕਥਾ ਨਾ ਰਜਨੀਸ਼ ਨੇ ਲਿਖੀ, ਉਹਦਾ ਨਾਂ ਨਹੀਂ ਲੈਂਦੇ ਸਾਡੇ ਪ੍ਰਚਾਰਕ, ਸੁਣਾਉਂਦੇ ਆਪਣੇ ਵੱਲੋਂ ਨੇ। ਉਹ ਕਹਿੰਦੇ ਵੀ ਇੱਕ ਵਪਾਰੀ ਮਰ ਗਿਆ। ਕਿਸੇ ਵੇਲੇ ਉਹਨੇ ਆਪਣੀ ਘਰਵਾਲੀ ਨੂੰ ਕਿਹਾ ਸੀ ਵੀ ਆਹ ਇੱਕ ਥੈਲੀ ਹੈ, ਇਹ ਤੂੰ ਸੰਭਾਲ ਕੇ ਰੱਖਣੀ ਹੈ। ਹੁਣ ਉਹਦੇ ਮਰਨ ਤੋਂ ਬਾਅਦ ਵੀ ਉਹਨੇ ਮਿਹਨਤ ਮਜ਼ਦੂਰੀ ਕੀਤੀ, ਜੋ ਪਹਿਲਾਂ ਹੈ ਸੀ ਉਹ ਬਹਿ ਕੇ ਖਾ ਲਿਆ, ਆਪਣੇ ਬੱਚੇ ਪਾਲਦੀ ਰਹੀ। ਹੁਣ ਬੱਚੇ ਵੱਡੇ ਹੋਏ, ਹੁਣ ਬੱਚਿਆਂ 'ਚੋਂ ਵੱਡਾ ਬੱਚਾ ਜਿਹੜਾ ਸੀ ਉਹ ਰੋਜ਼ ਕਹਿੰਦਾ ਵੀ ਮਾਂ ਕੁਝ ਪੱਲੇ ਹੋਵੇ ਤਾਂ ਆਪਾਂ ਕੰਮ ਧੰਦਾ ਕਰ ਲਈਏ। ਅਖੀਰ ਇੱਕ ਦਿਨ ਮਾਂ ਨੇ ਹੌਸਲਾ ਕੀਤਾ, ਕਹਿਣ ਲੱਗੀ ਪੁੱਤ ਇੱਕ ਚੀਜ਼ ਮੈਨੂੰ ਤੁਹਾਡਾ ਪਿਓ ਦੇ ਗਿਆ ਸੀ, ਪਰ ਉਹਨੇ ਤੇ ਮੈਨੂੰ ਜਿਉਂਦੇ ਜੀ ਕਿਹਾ ਸੀ ਵੀ ਇਹਨੂੰ ਸੰਭਾਲ ਕੇ ਰੱਖੀ, ਕੱਢੀ ਨਾ, ਪਰ ਮੈਂ ਹੁਣ ਤੈਨੂੰ ਦੇ ਦੇਣੀ ਆ ਕੱਢ ਕੇ। ਉਹਨੇ ਕੱਢ ਕੇ ਦਿੱਤੀ। ਹੁਣ ਉਹ ਲੜਕਾ ਲੈ ਕੇ ਬਾਜ਼ਾਰ ਵਿੱਚ ਚਲਾ ਗਿਆ। ਹੁਣ ਜਿਹੜਾ ਬਾਜ਼ਾਰ 'ਚ ਬੰਦਾ ਵੇਖੇ ਉਹ ਕਹੇ ਵੀ ਇਹ ਤੂੰ ਕੀ ਪੱਥਰ ਚੁੱਕੀ ਫਿਰਦਾ, ਕੋਈ ਸੌਦਾ ਲੈਣਾ ਹੋਵੇ, ਕੋਈ ਚੀਜ਼ ਲੈਣੀ ਹੋਵੇ ਤੇ ਪੈਸੇ ਚਾਹੀਦੇ। ਉਹਦੀ ਕਿਸਮਤ ਚੰਗੀ, ਉਹ ਕਿਸੇ ਜੌਹਰੀ ਕੋਲ ਚਲਾ ਗਿਆ, ਤੇ ਕਿਸਮਤ ਇਹ ਚੰਗੀ ਵੀ ਜੌਹਰੀ ਵੀ ਧਰਮੀ ਸੀ। ਜਦੋਂ ਜੌਹਰੀ ਨੇ ਵੇਖਿਆ ਵੀ ਇਹ ਤੇ ਬਹੁਤ ਕੀਮਤੀ ਪੱਥਰ ਚੁੱਕੀ ਫਿਰਦਾ, ਉਹ ਕਹਿੰਦਾ ਵੀ ਕਾਕਾ ਸਮਾਨ ਤੇ ਤੇਰਾ ਠੀਕ ਹੈ, ਪਰ ਅੱਜ ਭਾਅ ਕੋਈ ਨਹੀਂ ਹੈ ਮਾਰਕੀਟ ਵਿੱਚ, ਰੇਟ ਹੀ ਹੈ ਨਹੀਂ ਇਹਦਾ, ਕੋਈ ਇਹਦਾ ਗਾਹਕ ਹੀ ਕੋਈ ਨਹੀਂ ਹੈ, ਤੇ ਤੂੰ ਇੰਜ ਕਰ ਵੀ ਇਹ ਤੇ ਲੈ ਜਾ ਘਰ, ਪਰ ਚੁੱਕੀ ਕਿਉਂ ਫਿਰਦਾ ਹੈ? ਉਹ ਕਹਿੰਦਾ ਜੀ ਮੇਰੇ ਕੋਲੇ ਕੰਮ ਧੰਦਾ ਕੋਈ ਨਹੀਂ। ਕਹਿੰਦਾ ਮੇਰੇ ਕੋਲ ਨੌਕਰੀ ਕਰ ਲੈ। ਹੁਣ ਉਹ ਜੌਹਰੀ ਕੋਲ ਨੌਕਰੀ ਕਰਨ ਲੱਗ ਗਿਆ। 2-4 ਮਹੀਨਿਆਂ 'ਚ ਉਹਨੂੰ ਪੱਥਰਾਂ ਦੇ ਭੇਦ ਆ ਗਏ। ਹੁਣ ਦੁਕਾਨ ਤੇ ਨੌਕਰੀ ਕਰਦਾ, ਘਰ ਆ ਕੇ ਉਹ ਪੱਥਰ ਵੇਂਹਦਾ, ਉਹਨੂੰ ਸਮਝ ਆ ਗਈ ਵੀ ਮੇਰੇ ਤੇ ਵਾਰੇ ਨਿਆਰੇ ਨੇ, ਮੇਰੇ ਬਾਪ ਨੇ ਤੇ ਬੜੇ ਕੀਮਤੀ ਪੱਥਰ ਘਰ ਸੰਭਾਲ ਕੇ ਰੱਖੇ ਨੇ। ਹੁਣ ਉਹਦੇ ਅੰਦਰ ਅਮੀਰੀ ਆ ਗਈ, ਉਹਨੂੰ ਸਮਝ ਆ ਗਈ ਵੀ ਮੇਰੇ ਕੋਲ ਤਾਂ ਖਜ਼ਾਨਾ ਹੀ ਬਹੁਤ ਹੈ, ਪਰ ਉਹਨੇ ਨੌਕਰੀ ਨਹੀਂ ਛੱਡੀ ਕਿ ਜਿਸ ਬੰਦੇ ਨੇ ਮੈਨੂੰ ਸਭ ਕੁਝ ਘਰ ਹੁੰਦਿਆਂ, ਮੈਂ ਕੰਗਾਲ ਸੀ, ਮੈਨੂੰ ਬਾਦਸ਼ਾਹ ਬਣਾ ਦਿੱਤਾ ਹੈ, ਅਗਰ ਇਹ ਚਾਹੁੰਦਾ ਮੈਨੂੰ ਉਦੋਂ ਹੀ ਬੰਦਾ ਲੁੱਟ ਸਕਦਾ ਸੀ, ਥੋੜਾ ਬਹੁਤਾ ਕੁਝ ਦੇ ਕੇ ਮੇਰੇ ਤੋਂ ਲੈ ਲੈਂਦਾ ਸਾਰਾ ਕੁਝ। ਜਿਵੇਂ ਕੋਹੇ ਨੂਰ ਹੀਰਾ ਹੈ, ਉਹ ਲੱਭਾ ਤੇ ਕਾਜੜੀ ਨੂੰ ਸੀ ਨਾ, ਕਿਸੇ ਭੇਡਾਂ ਬੱਕਰੀਆਂ ਚਾਰਨ ਵਾਲੇ ਨੂੰ ਲੱਭਾ ਸੀ। ਉਦੋਂ ਬਾਅਦ ਕਈ ਜੰਗ ਲੜੇ ਤੇ ਕਈ ਕੁਝ ਹੋਇਆ ਤੇ ਕਿਤੇ ਦਾ ਕਿਤੇ ਪਹੁੰਚ ਗਿਆ, ਉਹਨੂੰ ਵਿਚਾਰੇ ਨੂੰ ਕੀ ਮਿਲਿਆ? ਭੇਡਾਂ ਬੱਕਰੀਆਂ ਵਾਲੇ ਨੂੰ। ਹੁਣ ਇੱਕ ਦਿਨ ਜੌਹਰੀ ਕਹਿੰਦਾ ਉਹਨੂੰ, ਕਹਿੰਦਾ ਕਾਕਾ ਤੂੰ ਇੱਕ ਦਿਨ ਥੈਲੀ ਲੈ ਕੇ ਆਇਆ ਸੀ ਤੇ ਅੱਜ ਨਾ ਬਾਜ਼ਾਰ ਦੇ ਵਿੱਚ ਗਾਹਕ ਬਹੁਤ ਹੈ ਤੇ ਕੀਮਤ ਵੀ ਤੈਨੂੰ ਠੀਕ ਮਿਲ ਜਾਏਗੀ, ਤੂੰ ਥੈਲੀ ਲੈ ਕੇ ਆ। ਤੂੰ ਵੇਚਣ ਆਇਆ ਸੀ ਇੱਕ ਦਿਨ? ਤੇ ਉਹਨੇ ਪੈਰ ਫੜ ਲਏ, ਕਹਿਣ ਲੱਗਾ ਜੀ ਬਸ ਮੈਨੂੰ ਸਮਝ ਆ ਗਈ ਕਿ ਮੇਰੇ ਪਿਤਾ ਜੀ ਨੇ ਮੈਨੂੰ ਕੀ ਦਿੱਤਾ, ਪਰ ਤੁਸੀਂ ਮੇਰੇ ਪਿਤਾ ਤੋਂ ਵੀ ਵੱਧ ਮੈਨੂੰ ਮਿਲੇ ਹੋ ਕਿ ਤੁਸੀਂ ਮੈਨੂੰ ਸੋਝੀ ਦਿੱਤੀ ਵੀ ਤੂੰ ਤੇ ਬਾਦਸ਼ਾਹ ਹੈ, ਐਵੇਂ ਭਿਖਾਰੀ ਬਣਿਆ ਫਿਰਦਾ। ਗੁਰਦੁਆਰੇ ਸੰਗਤ ਵਿੱਚ ਆਉਣ ਦਾ ਅਰਥ ਇਹ ਨਹੀਂ ਵੀ ਤੁਸੀਂ ਕਾਮਨਾ ਪੂਰੀਆਂ ਹੋ ਜਾਣ, ਤੁਸੀਂ ਯਕੀਨ ਕਰਨਾ ਤੁਹਾਡੀਆਂ ਕਾਮਨਾਵਾਂ ਬਦਲਣਗੀਆਂ। ਇੱਕ ਦਿਨ ਐਸਾ ਜ਼ਰੂਰ ਆਏਗਾ ਜਦੋਂ ਤੁਸੀਂ ਖੁਦ ਕਹੋਗੇ ਕਿ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਕੀ ਮੰਗਣਾ ਹੈ? ਇਹ ਚੀਜ਼ਾਂ ਰਹਿਣ ਵਾਲੀਆਂ ਨਹੀਂ। ਕਿਹੜੀ ਚੀਜ਼ ਤੁਸੀਂ ਦੱਸ ਦਿਓ ਜਿਹੜੀ ਰਹਿੰਦੀ ਹੈ ਜੀ? ਕੋਈ ਚੀਜ਼ ਦੁਨੀਆ ਦੀ ਤੁਸੀਂ ਦੱਸ ਦਿਓ, ਕੋਈ ਹੈ ਚੀਜ਼ ਦੁਨੀਆ ਦੇ ਵਿੱਚ ਜਿਹੜੀ ਰਹਿ ਸਕਦੀ ਹੋਵੇ? ਹਰ ਚੀਜ਼ ਦੀ ਇੱਕ ਬੁਨਿਆਦ ਹੈ।
ਬੁਨਿਆਦ ਵੱਖਰੀ ਹੁੰਦੀ ਹੈ, ਮਨਿਆਦ ਵੱਖਰੀ ਹੁੰਦੀ ਹੈ। ਮਨਿਆਦ ਹੁੰਦਾ ਟਾਈਮ, ਬੁਨਿਆਦ ਹੁੰਦੀ ਹੈ ਨੀਂਹ। ਹਰ ਚੀਜ਼ ਦੀ ਇੱਕ ਬੁਨਿਆਦ, ਇੱਕ ਟਾਈਮ ਹੈ, ਉਸ ਟਾਈਮ ਤੋਂ ਬਾਅਦ ਉਹਨੇ ਖਤਮ ਹੋ ਜਾਣਾ। ਇਹਦਾ ਪਾਠ ਕਰਨਾ ਹੋਵੇ ਤੇ ਇਦਾਂ ਕਰ ਲੈਣਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ शिवजू अवतारा, काल पाए कर विष्ण प्रकाशा, सकल काल का किया तमाशा। सारा काल का ही तो तमाशा, हो रहा है की है? ये समय की खेड है, बाकी कुछ भी नहीं है, बाकी कुछ नहीं है। हाँ जी। सत संगत सो मेल काल बितावो, मैल अमंगल की हरियै। सतगुरु कहन लगे अपने घर विच बैठ के नाम जपियो, रोज कड़ा प्रसादी देग बनायो, तुहाड़ियां कामना पूरियां हो जाणगियां। रब नूं प्यार करियो, रब नूं वरतियो ना। आपां गुरुद्वारे नूं वरतदे हां ना। हुण वेखिआ ना भी सस्ती दवाई मिलदी, किन्नी दुनिया उत्थे आउंदी है। ते मैं ते बेनती भी कीती सी भी मत्था टेक लिया करो, दुआ करो कि दवाई असर कर जाए, दुआ करो भी दवाई असर कर जाए। हुण असीं किवें वरतदे हैं? कोई पार्किंग लई वरती जांदा है, जाना उन्हें वो शिवाजी स्टेडियम हुंदा है, क्योंकि उत्थे अंबैसियां दे दफ्तर आ गए ने, गड्डी इत्थे खड़ी कर जांदे ने। कोई लंगर छकण लई वरती जांदा है, कोई दिल्ली आउंदा है वीज़ा लवाउण, कमरा लैके रात रही जांदा है। किसी दे बापू मर गया, वो भोग लई गुरुद्वारा वरत लैंदा है। किसी दा मुंडा जंम पिया, वो ना रखण लई वरत लैंदा है। किसी ने विआह करना है, वो विआह लई वरत लैंदा है। गुरुद्वारे नूं मनदा कौन है? वरतन वाले तो आपां सारे हो गए। हुण ये दसो भी मनदा कौन है गुरुद्वारे नूं? जे गुरुद्वारे नूं आपां मन्नीए तो फिर गुरुद्वारे की मर्यादा नहीं मन्नांगे ना। इट्टां पत्थरां नूं तो मन्नांगे नहीं आपां। अगर गुरुद्वारा इमारत हुंदा ते बाहरले मुल्कां दे विच चर्चां विच गुरुद्वारे ना बनदे। तुहानूं पता है अमेरिका दा जिहड़ा पहला गुरुद्वारा बनिया वो ठीक है LA च बनिया, पर न्यूयॉर्क दा जिहड़ा पहला वड्डा गुरुद्वारा जिहड़ा सड़िया है वो चर्च मैं खुद वेखी है, रिचमंड हिल दा, वो चर्च विच सी। मेरे अपने पिंड च गुरुद्वारा हुण बनिया, जिहड़ा पुराना गुरुद्वारा सी मेरे बजुर्गों के वेले का, वो मस्जिद विच सी, मुसलमानों की मसीत सी। उत्थे आए बजुर्ग महाराज का स्वरूप लिया, वो ही प्रकाश कर लिया। वो मस्जिद जो महाराज का प्रकाश हो गया तो गुरुद्वारा बन गई। तुसीं अमेरिका कनेडा इंग्लैंड जाओगे, 100 दे विचों 40% तुहानूं गुरुद्वारे सिर्फ चर्च विच मिलणगे, पुराने चर्च ने। ਉਹਦੇ कुछ कारण भी ने कि आम बिल्डिंग नूं चर्च बनाउण वास्ते परमिशनां लैणियां पैंदियां ने, ते चर्च विच वो आलरेडी उसकी परमिशन होंदी है कि इत्थे लोग इकट्ठे हो सकते हैं, इत्थे पार्किंग हो सकती है, इत्थे गैदरिंग हो सकती है, इत्थे प्रार्थना हो सकती है, इत्थे प्रेयर हो सकती है। साडे वाला काम तो नहीं ना भी जिथे मर्जी टेंट गड्ढे ते खालसा दी चढ़दी कला। अगले तो कानून नाल चलते हैं। गुरु नानक दे पिता महाराज कहन लगे नाम जपियो, देग बनायो, तुहाड़ियां मनोकामना पूरियां होणगियां। ते आपस विच संगत विच मिल के रहना है। सत संगत सो मिल काल बतावो, मैल अमंगल की हरी है। जदों संगत विच रवोगे तो माड़ी मैल उतर जाएगी। हुण जिन्ना चिर आपां गुरुद्वारे रहने आ, कोई माड़ी गल ख्याल आउंदा है ना, बाहर निकलोगे शुरू हो जाएगा। हाँ जी। एह भांत दयो उपदेश तनै, पुन आप चले पिख जहाँ तरियै। इयों उपदेश दे के गुरु नानक दे पिता महाराज अगे चल पे। अगे संसार का उद्धार करना सी। अज समा समाप्त है, सतगुरु कृपा करन। अगली कथा आपां कल गुरु की गोद विच बैठ के सुनीए। ये कथा तुसी लाइव अगर बंगला साहब की ऐप डाउनलोड करो तो दुनिया के किसी कोने विच बैठ के रोज़ सुन सकते हो। इस वेले नाम ही तुसी होवो तो बाद विच सुन सकते हो।
ਉਹ ਹਮੇਸ਼ਾ ਕਥਾ ਉੱਥੇ ਤੁਹਾਨੂੰ ਮਿਲੇਗੀ। ਪਿੱਛੇ ਜਾਓਗੇ ਪਿਛਲੀਆਂ ਤਰੀਕਾਂ ਵਿੱਚ ਮਿਲ ਜਾਏਗੀ। ਸੋ ਹੁਣ ਇਹ ਕਥਾ ਦਾ ਸਮਾਂ 8:15 ਤੋਂ 9:15 ਹੈ। ਐਤਵਾਰ ਤੋਂ ਬਾਅਦ ਇਹ 8 ਤੋਂ 9 ਹੋ ਜਾਏਗਾ। ਇੱਕ ਵਾਰੀ ਹੋਰ ਸਮੇਂ ਦੀ ਤਬਦੀਲੀ ਹੋਏਗੀ। ਇਹਦਾ ਥੋੜ੍ਹਾ ਜਿਹਾ ਸਮਾਂ ਬਦਲੇਗਾ। ਫਿਰ ਇਹ 7:30 ਤੋਂ 8:30 ਦਾ ਸਮਾਂ ਤਕਰੀਬਨ ਫਿਰ 4 ਮਹੀਨੇ ਚੱਲੇਗਾ। ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ 'ਚ ਫਿਰ ਟਾਈਮ ਬਦਲਣਾ ਸ਼ੁਰੂ ਹੋ ਜਾਂਦਾ ਹੈ। ਸੋ ਇਸ ਦੇ ਨਾਲ ਹੀ ਦਾਸ ਖੇਮਾ ਦਾ ਜਾਚਕ ਹੈ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।